ਵਾਹਿਗੁਰੂ ਸਾਹਿਬ ਜੀ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਸ੍ਰੀ ਨਾਨਕ ਅੰਗਦ ਗੁਰੂ ਅਮਰਦਾਸ ਪਦ ਬੰਦ। ਰਾਮਦਾਸ ਅਰਜਨ ਗੁਰੂ ਬਾਰ ਸ੍ਰੀ ਹਰਿ ਗੋਬਿੰਦ। ਹਰੀ ਰਾਏ ਹਰਿ ਕ੍ਰਿਸ਼ਨ ਗੁਰ ਤੇਗ ਬਹਾਦਰ ਚੰਦ। ਦਸਵੇਂ ਗੋਬਿੰਦ ਸਿੰਘ ਗੁਰੂ ਨਮੋ ਚਰਨ ਅਰਬਿੰਦ। ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਣਕ ਭਗਤ ਵੈਰਾਗ। ਸ੍ਰੀ ਗੁਰੂ ਗ੍ਰੰਥ ਸਾਹਿਬ ਉद्धਦ ਬੰਦੋਂ ਕਰ ਅਨੁਰਾਗ। ਸ੍ਰੀ ਗੁਰ ਸ਼ਬਦ ਕਮਾਏ ਜਨ ਜੀਤੇ ਪੰਚ ਵਿਕਾਰ। ਤਿਨ ਸੰਤਨ ਕੋ ਬੰਦਨਾ ਸਿਰ ਚਰਨਨ ਪਰ ਧਾਰ। ਏਕੰਕਾਰਾ ਸਤਿਗੁਰੂ ਤੇ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਬਿਘਨ ਬਿਨਾਸਨ ਸੋਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗਰੀਬ ਨਵਾਜ ਚਬਰ ਤਖਤ ਦੇ ਮਾਲਕ ਜੁਗੋ ਜੁਗ ਅਟਲ ਦਸਾਂ ਪਾਤਸ਼ਾਹੀਆਂ ਦੀ ਆਤਮਿਕ ਜੋਤ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਗੁਰੂ ਸਾਹਿਬ ਜੀ ਨੇ ਕਿਰਪਾ ਬਖਸ਼ਿਸ਼ ਹੋਈ ਕੀਤੀ ਜੋ ਸਤਿਗੁਰਾਂ ਨੇ ਸ਼ਾਮ ਦੇ ਸਮੇਂ ਆਪਾਂ ਨੂੰ ਸਤਸੰਗ ਘੜੀਆਂ ਬਖਸ਼ੀਆਂ ਹਨ। ਇਤਿਹਾਸ ਦੀ ਕਥਾ ਦਾ ਜੋ ਸਮਾਂ ਹੈ, ਧੰਨ ਧੰਨ ਸ੍ਰੀ ਗੁਰੂ ਅੰਗਦ ਦੇਵ ਮਹਾਰਾਜ ਜੀ ਦੀ ਅੰਸ਼ ਬੰਸ 12ਵੀਂ ਪੀੜ੍ਹੀ ਵਿੱਚ ਪੈਦਾ ਹੋਏ ਮਹਾਨ ਵਿਦਵਾਨ ਅਤੀ ਸਤਿਕਾਰਯੋਗ ਸ੍ਰੀਮਾਨ ਕਵੀ ਸੰਤ ਰੇਣ ਪ੍ਰੇਮ ਸਿੰਘ ਜੀ। ਉਹਨਾਂ ਦੁਆਰਾ ਰਚਿਤ ਦਸਾਂ ਪਾਤਸ਼ਾਹੀਆਂ ਦਾ ਇਤਿਹਾਸ ਸ੍ਰੀ ਗੁਰਪੁਰ ਪ੍ਰਕਾਸ਼ ਗ੍ਰੰਥ, ਜਿਸ ਦੀ ਲੜੀਵਾਰ ਕਥਾ ਚੱਲ ਰਹੀ ਹੈ। ਪੰਜਵੇਂ ਪਾਤਸ਼ਾਹ ਮਹਾਰਾਜ ਜੀ ਦੇ ਜੀਵਨ ਪ੍ਰਸੰਗ ਪੰਜਵੇਂ ਮਹੱਲੇ ਦੀ ਕਥਾ ਆਪਾਂ 36ਵੇਂ ਘਰ ਤੱਕ ਸਰਵਣ ਕੀਤੀ ਹੈ, ਜਿਹਦੇ ਵਿੱਚ ਜੋ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਵੱਖ-ਵੱਖ ਆਏ ਹੋਏ ਚਾਰੋਂ ਵਰਨਾਂ ਦੇ ਗੁਰਸਿੱਖਾਂ ਨੂੰ ਸਾਂਝਾ ਉਪਦੇਸ਼ ਬਖਸ਼ਿਸ਼ ਕਰ ਰਹੇ ਨੇ। ਤੇ ਜਿੱਥੇ ਭਾਈ ਝਾਂਜ, ਭਾਈ ਪੈੜੇ ਤੇ ਆਦਿਕ ਹੋਰ ਗੁਰਸਿੱਖ ਆਏ ਐ, ਉਥੇ ਫਿਰ ਮਹਾਰਾਜ ਦੇ ਕੋਲੇ ਜਿਹੜਾ ਹੈ ਬਿੱਸਾ, ਗੋਪੀ, ਤੁਲਸੀਆ ਇਹ ਤੇ ਆਦਿਕ ਐਸੇ, ਇਹ ਆਪਾਂ ਥੋੜੀ ਕਥਾ ਵਿਚਾਰੀ ਸੀ ਪਰਸੋਂ, ਕਿਵੇਂ ਸਰਗੁਣ ਤੇ ਨਿਰਗੁਣ ਦਾ ਜੋ ਉਪਦੇਸ਼ ਇਹਨਾਂ ਨੂੰ ਦਿੱਤਾ ਕਿ ਕਿਉਂਕਿ ਇਹਨਾਂ ਸੰਸਾ ਕੀਤਾ ਸੀ ਭਗਤ ਨਾਮਦੇਵ ਜੀ ਦੇ, ਉਹ ਸ਼ਬਦਾਂ ਪ੍ਰਤੀ ਵੀ ਮਹਾਰਾਜ ਇੱਕ ਵਿੱਚ ਉਹ ਭਗਵਾਨ ਰਾਮਚੰਦਰ ਜੀ ਨੂੰ ਆਪਣਾ ਰਾਜਾ ਰੂਪ ਕਹਿੰਦੇ ਆ, ਇੱਕ ਵਿੱਚ ਉਹ ਤਰਕ ਕਰਦੇ ਹਨ। ਤਾਂ ਮਹਾਰਾਜ ਨੇ ਫਿਰ ਇਹ ਉਪਦੇਸ਼ ਵੀ ਭਾਈ, ਇਹ ਸਰਗੁਣ ਤੇ ਨਿਰਗੁਣ ਦੀ ਗੱਲ ਹੈ। ਜਦੋਂ ਸਰਗੁਣ ਦੇ ਉਪਾਸ਼ਕ ਸੀ ਉਦੋਂ ਸਰਗੁਣ ਦਾ ਭਾਵ ਹੁੰਦਾ ਕੋਈ ਚਿਹਨ ਦੇ ਵਿੱਚ ਮੂਰਤ ਵਸਾ ਲੈਣੀ, ਕਿ ਇਸ ਤਰ੍ਹਾਂ ਦੀ ਮੂਰਤ ਹੈ, ਇਸ ਤਰ੍ਹਾਂ ਦੇ ਉਹਦੇ
ਵਸਤਰ ਨੇ, ਗਲ ਵਿੱਚ ਰੁਦਰਾਖ ਜਾਂ ਤੁਲਸੀ ਇਤਿਆਦਿਕ ਦੀ ਮਾਲਾ ਹੈ, ਸੀਸ ਤੇ ਮੁਕਟ ਹੈ, ਇਉਂ ਠਾਕੁਰ ਹੈ। ਇਸ ਤਰ੍ਹਾਂ ਉਹਦੀ ਪੂਜਾ ਕਰਨੀ। ਪਹਿਲਾਂ ਉਹਨੂੰ ਇਸ਼ਨਾਨ ਕਰਾਵਾਂ, ਸੁਰਤੀ ਅੰਦਰ ਵੀ ਹੈ ਤੇ ਪ੍ਰਤੱਖ ਵੀ। ਜਿਨ੍ਹਾਂ ਵਿੱਚੋਂ ਭਗਤ ਰਾਮਾਨੰਦ ਜੀ, ਇਹ ਵੀ ਦੇਖੋ ਪਹਿਲਾਂ ਸਰਗੁਣ ਦੇ ਉਪਾਸ਼ਕ ਸੀ। ਭਗਤ ਕਬੀਰ ਸਾਹਿਬ ਜੀ, ਇਹ ਵੀ ਸਰਗੁਣ ਦੇ ਉਪਾਸ਼ਕ ਸਨ। ਭਗਤ ਨਾਮਦੇਵ ਜੀ, ਇਹ ਵੀ ਸਰਗੁਣ ਦੇ ਉਪਾਸ਼ਕ ਸੀ। ਇਹ ਤਾਂ ਫਿਰ ਗੁਰਮੁਖੋ ਜਦੋਂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਨੇ ਮਿਹਰਾਂ ਕੀਤੀਆਂ ਜਗਤ ਜਲੰਦੇ ਨੂੰ ਤਾਰਨ ਵਾਸਤੇ, ਜੋ ਗੁਰੂ ਗੋਬਿੰਦ ਸਿੰਘ ਜੀ ਨੇ ਨਿਰਗੁਣ ਸਰੂਪ ਵਰਣਨ ਕੀਤਾ ਨਾ, ਚੱਕਰ ਚਿਹਨੇ ਅਰ ਬਰਨ ਜਾਤ ਅਰ ਪਾਤ ਨਹਨ, ਜੇ ਰੂਪ ਰੰਗ ਅਰ ਰੇਖ ਭੇਖ ਕੋ ਕਹਿ ਨਾ ਸਕਤ ਕੇ। ਇਹ ਨਿਰਗੁਣ ਸਰੂਪ ਹੈ। ਤਾਂ ਗੁਰੂ ਨਾਨਕ ਦੇਵ ਜੀ ਪਾਤਸ਼ਾਹ ਨੇ ਫਿਰ ਵੱਖ-ਵੱਖ ਜਗ੍ਹਾ ਉਪਦੇਸ਼ ਦਿੰਦਿਆਂ ਸਤਿਗੁਰੂ ਜਦੋਂ ਵਿਚਰੇ ਹੈ ਤੇ ਇਹਨਾਂ ਭਗਤਾਂ ਨੂੰ ਵੀ ਮਿਲੇ। ਫਿਰ ਮਹਾਰਾਜ ਨੇ ਭਗਤ ਕਬੀਰ ਸਾਹਿਬ ਜੀ ਨੂੰ ਇਹ ਆਪਾਂ ਵਿਚਾਰ ਕੀਤੀ ਵੀ ਜਿੱਥੇ ਨਿਰਗੁਣ ਦੀ ਉਪਾਸਨਾ ਦਾ ਉਪਦੇਸ਼ ਦਿੱਤਾ, ਤਾਂ ਉਹਨਾਂ ਨੇ ਫਿਰ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜੀ ਦੀ ਉਪਮਾ ਵਿੱਚ ਹੀ ਇਹ ਸ਼ਬਦ ਉਚਾਰੇ, ਕਬੀਰ ਸਤਿਗੁਰ ਸੂਰਮੇ ਬਾਹਿਆ ਬਾਣ ਜੋ ਏਕ, ਲਾਗਤ ਹੀ ਭੋਏ ਮਿਲ ਗਿਆ ਪਰਾ ਕਰੇਜੇ ਛੇਕ। ਕਬੀਰ ਸਤਿਗੁਰ ਸੂਰਮੇ, ਇਹ ਸਤਿਗੁਰੂ ਸੂਰਮਾ ਕਿਹਨੂੰ ਕਿਹਾ? ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ। ਗੁਰਮੁਖੋ, ਜਿੱਥੇ ਸਾਰੇ ਜਗਤ ਦੇ, ਸਾਰੇ ਸੰਸਾਰ ਦੇ ਗੁਰੂ ਨੇ, ਆਪਾਂ ਸਿੱਖ ਕਹਿੰਦੇ ਵੀ ਸਾਡੇ ਪਹਿਲੇ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ, ਉੱਥੇ ਇਹਨਾਂ ਭਗਤਾਂ ਦੇ ਵੀ ਇੱਕ ਤਰ੍ਹਾਂ ਦੇ ਨਿਰਗੁਣ ਉਪਾਸਨਾ ਵਿੱਚ ਲਾਉਣ ਵਾਲੇ ਸ੍ਰੀ ਗੁਰੂ ਨਾਨਕ ਦੇਵ ਜੀ ਗੁਰੂ ਰੂਪ ਨੇ। ਇਸ ਕਰਕੇ ਜਿੰਨੇ ਵੀ ਭਗਤ ਨੇ ਉਹ ਫਿਰ ਜਦੋਂ ਨਿਰਗੁਣ ਦੇ ਗੁਣ ਗਾਉਣ ਲੱਗੇ, ਭੱਟਾਂ ਨੇ ਕਿਹਾ ਵੀ ਗੁਣ ਗਾਵੇ ਜੈ ਦੇਵ ਗੰਭੀਰ ਤਰਲੋਚਨ, ਨਾਮਾ ਭਗਤ ਉਚਰੈ ਸਦਾ ਗਾਵੇ ਸਮਲੋਚਨ। ਭਗਤ ਰਵਿਦਾਸ ਹੋਰ ਸਾਰੇ ਭਗਤ ਵੀ ਹੇ ਗੁਰੂ ਨਾਨਕ ਦੇਵ ਜੀ, ਨਿਰਗੁਣ ਸਰੂਪ ਤੁਸੀਂ ਹੀ, ਅਕਾਲ ਪੁਰਖੋਂ ਤੁਹਾਡੇ ਹੀ ਗੁਣ ਗਾਉਂਦੇ ਆ। ਤੋ ਭਗਤਾਂ ਦੇ ਵੀ ਇੱਕ ਤਰ੍ਹਾਂ ਨਾਲ ਗੁਰੂ ਨੇ ਸ੍ਰੀ ਗੁਰੂ ਨਾਨਕ ਦੇ ਪਾਤਸ਼ਾਹ। ਗੁਰਬਾਣੀ ਵੀ ਉਹਨਾਂ ਦੀ ਉਹੀ ਦਰਜ ਹੋਈ ਜਿਹੜੇ ਨਿਰਗੁਣ ਦੇ ਉਪਾਸ਼ਕ ਹੋਏ। ਫਿਰ ਉਹ ਦੋਨੇ ਪੱਖ ਵੀ ਗੁਰਬਾਣੀ ਵਿੱਚ ਦਰਜ ਕੀਤੇ ਆ ਕਿ ਜਦੋਂ ਸਰਗੁਣ ਦੀ ਉਪਾਸਨਾ ਸੀ ਉਦੋਂ ਕੀ ਖਿਆਲ ਨੇ, ਜਦੋਂ ਨਿਰਗੁਣ ਦੀ ਉਪਾਸਨਾ ਸੀ ਉਦੋਂ ਕੀ ਖਿਆਲ ਹੈ। ਭਗਤ ਰਾਮਾਨੰਦ ਜੀ ਨੂੰ ਵੀ ਸ੍ਰੀ ਗੁਰੂ ਨਾਨਕ ਦੇ ਪਾਤਸ਼ਾਹ ਨੇ ਉਪਦੇਸ਼ ਦਿੱਤਾ। ਇਉਂ ਭਗਤ ਮਿਲਦੇ ਰਹੇ, ਸਾਰਿਆਂ ਨੂੰ ਮਹਾਰਾਜ ਨੇ, ਗੁਰੂ ਨਾਨਕ ਦੇਵ ਜੀ ਪਾਤਸ਼ਾਹ ਨੇ ਉਪਦੇਸ਼ ਦਿੱਤਾ ਹੈ। ਇਸ ਕਰਕੇ ਗੁਰੂਆਂ ਦੇ ਗੁਰੂ ਆਦ ਗੁਰੂ ਮੁੱਢ ਕਦੀਮੀ ਜੋ ਨਿਰਾਕਾਰ ਸਰੂਪ ਨੇ ਉਹ ਹੈ ਸ੍ਰੀ ਗੁਰੂ ਨਾਨਕ ਦੇਵ ਜੀ। ਬਾਕੀ ਜਿੰਨੇ ਵੀ ਇੱਥੇ ਆਏ ਵੱਡੇ ਤੋਂ ਵੱਡੇ ਅਵਤਾਰ ਪੈਗੰਬਰ ਭਗਤ, ਸਾਰਿਆਂ ਨੂੰ ਗੁਰਮੁਖੋ ਆ ਧਰਤੀ ਤੇ ਗੁਰੂ ਧਾਰਨਾ ਪਿਆ। ਪਰ ਇੱਕੋ ਇੱਕ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਹੈ ਜਿਨ੍ਹਾਂ ਨੂੰ ਇੱਥੇ ਗੁਰੂ ਨਹੀਂ ਲੋੜ, ਕਿਉਂਕਿ ਅਕਾਲ ਪੁਰਖ ਦੇ ਦਰ ਤੇ ਜਾ ਕਰਕੇ ਅਕਾਲ ਪੁਰਖ ਨੂੰ ਗੁਰੂ, ਸਰਗੁਣ ਨੇ ਆਪਣੀ ਨਿਰਗੁਣ ਸਰੂਪ ਨੂੰ ਗੁਰੂ। ਕਿਉਂਕਿ ਜੋ ਨਿਰਗੁਣ ਅਕਾਲ ਰੂਪ ਹੈ ਨਾ, ਉਹ ਸਾਰੇ ਜਗ੍ਹਾ ਜਗ੍ਹਾ ਸਮਾਇਆ ਹੋਇਆ ਹੈ। ਤੇ ਸਰਗੁਣ ਨੂੰ ਗ੍ਰੰਥਾਂ ਵਿੱਚ ਨਿਰਗੁਣ ਦਾ ਪੁੱਤਰ ਵੀ ਕਿਹਾ, ਸਰਗੁਣ ਨੂੰ ਚੇਲਾ ਵੀ ਕਿਹਾ, ਸਰਗੁਣ ਨੂੰ ਉਸ ਨਿਰੰਕਾਰ ਦਾ ਹੀ ਰੂਪ। ਨਿਰਗੁਣ ਸਰਗੁਣ ਨਿਰੰਕਾਰ ਸੁਨ ਸਮਾਧੀ ਆਪ, ਨਿਰਗੁਣ ਆਪ ਸਰਗੁਣ ਭੀ ਉਹੀ, ਕਲਾ ਧਾਰ ਜਿਨ ਸਗਲੀ ਮੋਹੀ। ਇਹ ਉਪਦੇਸ਼ ਆਓ ਪ੍ਰੇਮ ਤੇ ਸਤਿਕਾਰ ਨਾਲ 36ਵੇਂ ਘਰ ਦਾ ਪ੍ਰਸੰਗ ਆਰੰਭ ਤੋਂ ਹੀ ਸਰਵਣ ਕਰੀਏ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਵਿਸਾ ਗੋਪੀ ਤੁਲਸੀਆ, ਭਾਰ ਦੁਆਜੀ ਬਿਪਰ। ਸੰਤ ਰੇਣ ਕਵੀ ਪ੍ਰੇਮ ਸਿੰਘ ਜੀ ਕਹਿੰਦੇ ਵੀ ਮਹਾਰਾਜ ਦੇ ਕੋਲ ਫਿਰ ਕੁਝ ਹੋਰ ਪ੍ਰਾਣੀ ਆਏ ਐ ਜਿਨ੍ਹਾਂ ਸਿੱਖੀ ਧਾਰਨ ਕੀਤੀ, ਜਿਨ੍ਹਾਂ ਵਿੱਚੋਂ ਭਾਈ ਵਿਸਾ ਜੀ ਹੈ,
ਭਾਈ ਗੋਪੀ ਜੀ, ਭਾਈ ਤੁਲਸੀਆ ਜੀ, ਇਹ ਭਾਰਦਵਾਜੀ ਵਿਪਰ ਨੇ। ਭਾਰਦਵਾਜ ਇੱਕ ਪੁਰਾਤਨ ਬ੍ਰਾਹਮਣ ਹੋਇਆ ਜਿਹਨੇ ਸਾਰੀਆਂ ਮਰਜ਼ਾਦਾ ਜਿਹੜੀਆਂ ਨੇ ਸਨਾਤਨ ਵਿੱਚ ਬੱਧੀਆਂ। ਉਹ ਤੋਂ ਫਿਰ ਜਿਹੜੇ ਅੱਗੇ ਬ੍ਰਾਹਮਣ ਸਿੱਖਿਆ ਵਾਲੇ ਹੋਏ ਉਹ ਆਪਣੇ ਆਪ ਨੂੰ ਭਾਰਦਵਾਜੀ ਬ੍ਰਾਹਮਣ ਕਹਾਉਂਦੇ ਨੇ। ਤੇ ਤਿੰਨੇ ਭਾਰਦਵਾਜੀ ਬ੍ਰਾਹਮਣ ਹਨ। ਗੋਇੰਦ ਘੇਈ ਭਾਈ ਅੜਾ, ਆਏ ਮਿਲੇ ਕਰ ਛਿਪਰ। ਫਿਰ ਭਾਈ ਗੋਇੰਦ ਜੀ, ਭਾਈ ਘੇਈਆ ਜੀ ਜਾਂ ਘੇਈ ਜਾਤੀ ਵੀ ਬ੍ਰਾਹਮਣਾਂ ਵਿੱਚ ਹੈ, ਔਰ ਭਾਈ ਅੜਾ, ਇਹ ਸਾਰੇ ਬ੍ਰਾਹਮਣ ਹਨ, ਉੱਚ ਕੋਟੀ ਦੇ ਵਿਦਵਾਨ ਨੇ। ਗੁਰੂ ਸਾਹਿਬ ਜੀ ਕੋਲ ਸ਼ਰਧਾ ਧਾਰ ਕੇ ਆ ਕੇ ਸਤਿਗੁਰਾਂ ਨੂੰ ਮਿਲੇ ਹਨ। ਚੌਪਈ ਬੰਦਨ ਕਰ ਬੈਠੇ ਸਭ ਪਾਸ। ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ ਇਹਨਾਂ ਵਿਦਵਾਨਾਂ ਬ੍ਰਾਹਮਣਾਂ ਨੇ ਵੰਦਨਾ ਕੀਤੀ ਹੈ। ਮਹਾਰਾਜ ਕੋਲ ਬੈਠ ਗਏ, ਹਾਥ ਜੋਰ ਕੀਨੀ ਅਰਦਾਸ। ਹੱਥ ਜੋੜੇ ਔਰ ਬੇਨਤੀ ਕੀਤੀ ਹੈ, ਗੁਰੂ ਗਰੀਬ ਨਿਵਾਜ ਸੁਣਾਈਏ। ਇਹ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ, ਕਿਰਪਾ ਕਰਕੇ ਸਾਨੂੰ ਆ ਉਪਦੇਸ਼ ਦਿਓ, ਸਾਨੂੰ ਇਹਦੇ ਬਾਰੇ ਦੱਸੋ। ਦ્વੈ ਸ਼ਬਦਨ ਮੈਂ ਸੰਸੇ ਪਾਈਏ। ਦੋ ਸ਼ਬਦਾਂ ਦੇ ਵਿੱਚ ਗੁਰਬਾਣੀ ਦੇ ਮਹਾਰਾਜ ਸਾਨੂੰ ਸੰਸਾ ਹੋਇਆ ਹੈ। ਨਾਮ ਦੇਵ ਜਨ ਸ਼ਬਦ ਬਨਾਏ। ਜਿਹੜੇ ਸ਼ਬਦ ਭਗਤ ਨਾਮਦੇਵ ਜੀ ਦੇ ਬਣਾਏ ਉਚਾਰੇ ਹਨ। ਦ્વੈ ਥਲ ਰਾਗਨ ਬਿਖੈ ਟਿਕਾਏ। ਜੋ ਮਹਾਰਾਜ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਤੁਸੀਂ ਦੋ ਜਗ੍ਹਾ ਉਹ ਰਾਗਾਂ ਦੇ ਵਿੱਚ ਸ਼ਬਦ ਟਿਕਾਏ ਭਾਵ ਦਰਜ ਕੀਤੇ ਹਨ। ਦੋਨੋਂ ਮੈਂ ਵਿਰੋਧ ਲਖ ਪਾਏ। ਤੇ ਅਸੀਂ ਮਹਾਰਾਜ ਜਦੋਂ ਪੜ੍ਹਿਆ, ਅਸੀਂ ਦੋਹਾਂ ਦੇ ਵਿੱਚ ਹੀ ਆਪਸ ਵਿੱਚ ਹੀ ਵਿਰੋਧ ਜਾਣਿਆ ਵੀ ਇੱਕ ਸ਼ਬਦ ਕੁਝ ਹੋਰ ਕਹਿੰਦਾ ਹੈ, ਦੂਜਾ ਸ਼ਬਦ ਬਿਲਕੁਲ ਉਹਦੇ ਉਲਟ ਕਹਿ ਰਿਹਾ ਹੈ। ਇੱਕੋ ਭਗਤ ਦੇ ਉਚਾਰੇ ਹਨ। ਏਕ ਭਗਤ ਕੇ ਦੋ ਸੋ ਗਾਏ। ਮਹਾਰਾਜ ਵੀ ਦੋਹਾਂ ਵਿੱਚ ਵਿਰੋਧ ਅਸੀਂ ਜਾਣ ਰਹੇ ਹਾਂ, ਪਰ ਇੱਕੋ ਹੀ ਭਗਤ ਦੇ ਦੋਵੇਂ ਸ਼ਬਦ ਗਾਇਨ ਕੀਤੇ ਨੇ। ਜਥਾ ਪਾਂਡੇ ਤੁਮਰਾ ਰਾਮਚੰਦ, ਸੋ ਭੀ ਆਵਤ ਦੇਖਿਆ ਥਾ। ਇਹ ਕਿਹਾ ਭਗਤ ਨਾਮਦੇਵ ਜੀ ਕਹਿੰਦੇ ਵੀ ਐ ਪਾਂਡੇ, ਜਿਹੜਾ ਤੁਹਾਡਾ ਰਾਮਚੰਦਰ ਹੈ ਉਹ ਵੀ ਮੈਂ ਆਉਂਦਾ ਦੇਖਿਆ, ਸੰਸਾਰ ਦੇ ਉੱਤੇ ਕਿਵੇਂ ਆਇਆ, ਅਵਤਾਰ ਧਾਰਿਆ, ਉਸ ਬਾਰੇ ਵੇਖਿਆ ਪੜ੍ਹਿਆ। ਰਾਵਨ ਸੇਤੀ ਸਰਬਰ ਹੋਈ, ਘਰ ਕੀ ਜੋਏ ਗਵਾਈ ਥੀ। ਦੇਖੋ ਰਾਵਣ ਦੇ ਨਾਲ ਜੰਗ ਲੜੀ ਤੇ ਰਾਵਣ ਜਿਹੜਾ ਹੈ ਉਹ ਸਰਬਰ ਦੇ ਅਰਥ ਵੀ ਭਾਰੀ ਪੈ ਗਿਆ। ਘਰ ਕੀ ਜੋਏ, ਜਿਹੜੀ ਘਰ ਦੀ ਇਸਤਰੀ ਸੀ ਉਹ ਵੀ ਗਵਾਈ, ਭਾਵ ਰਾਵਣ ਕਹਿੰਦੇ ਉਹ ਸੀਤਾ ਜੀ ਨੂੰ ਚੁੱਕ ਕੇ ਲੈ ਗਿਆ ਸੀ। ਪੁਨਾ ਫਿਰ ਇਹ ਬ੍ਰਾਹਮਣ ਕਹਿੰਦੇ ਵੀ ਮਹਾਰਾਜ ਦੂਜਾ ਸ਼ਬਦ ਭਗਤ ਨਾਮਦੇਵ ਜੀ ਦਾ ਹੀ ਹੈ। ਉਹਦੇ ਵਿੱਚ ਇਹ ਗੱਲ ਕਹਿ ਰਹੇ ਹਨ, ਦਸ਼ਰਥ ਰਾਏ ਨੰਦ ਰਾਜਾ ਮੇਰਾ ਰਾਮਚੰਦ, ਪ੍ਰਣਵੈ ਨਾਮਾ ਤਤ ਰਸ ਅੰਮ੍ਰਿਤ ਪੀਜੈ। ਜੋ ਦਸ਼ਰਥ ਰਾਜਾ ਉਹਨਾਂ ਦਾ ਪੁੱਤਰ, ਰਾਜਾ ਮੇਰਾ ਰਾਮਚੰਦ, ਜੋ ਰਾਮਚੰਦਰ ਜੀ ਨੇ ਉਹ ਮੇਰੇ ਰਾਜਾ ਰੂਪ ਹੈ। ਪ੍ਰਣਵੈ ਨਾਮਾ, ਮੈਂ ਤੇ ਇਹੀ ਬੇਨਤੀ ਜਾਂ ਇਹ ਕਹਿ ਰਿਹਾ, ਤਤ ਰਸ ਅੰਮ੍ਰਿਤ ਪੀਜੈ। ਜੋ ਭਾਈ ਪਰਮੇਸ਼ਰ ਦਾ ਨਾਮ ਤਤ ਰਸ ਹੈ, ਆਤਮ ਰਸ ਅੰਮ੍ਰਿਤ, ਉਸਨੂੰ ਪੀਂਦਾ ਹਾਂ। ਚੌਪਈ ਪ੍ਰਥਮ ਸ਼ਬਦ ਮੈਂ ਜਾਨੀ ਪਰੈ,
ਮਹਾਰਾਜ ਦੇਖੋ ਜਿਹੜਾ ਪਹਿਲਾ ਸ਼ਬਦ ਹੈ ਉਹਨੂੰ ਜੇ ਪੜ੍ਹੀਏ ਉਹਦੇ ਵਿੱਚ ਤਾਂ ਇਹ ਜਾਣਿਆ ਜਾਂਦਾ ਹੈ, ਤਰਕ ਈਸ ਅਵਤਾਰਨ ਕਰੈ, ਕਿ ਭਗਤ ਨਾਮਦੇਵ ਈਸ਼ਵਰ ਦੇ ਅਵਤਾਰਾਂ ਤੇ ਤਰਕ ਕਰ ਰਹੇ ਹਨ। ਦੋਤੀਓ ਮਹਿ ਮਹਿਮਾ ਅਵਤਾਰ, ਤੇ ਦੂਜੇ ਦੇ ਵਿੱਚ ਉਸੇ ਅਵਤਾਰ ਦੀ ਮਹਿਮਾ ਕਹਿ ਰਹੇ ਨੇ। ਨਾਮਦੇਵ ਨੇ ਕੀਨ ਉਚਾਰ, ਕਿ ਜੋ ਭਗਤ ਨਾਮਦੇਵ ਜੀ ਨੇ ਉਚਾਰਨ ਕੀਤੀ ਹੈ। ਅਰਥ ਵਿਵਸਥਾ ਕੈਸੇ ਹੋਏ, ਇਹਨਾਂ ਦੇ ਜਿਹੜੇ ਅਰਥ ਨੇ ਉਹ ਵਿਵਸਥਾ ਕਿਵੇਂ ਹੋ ਸਕਦੀ ਹੈ ਇੱਕੋ ਤਰ੍ਹਾਂ ਦੇ, ਜਾਂ ਆਪਸ ਵਿੱਚ ਮੇਲ ਤੇ ਵਿਰੋਧਾਭਾਸ ਹੈ। ਹਮ ਕਿਮ ਸਮਝੈ ਉਚਰੋ ਸੋਏ, ਮਹਾਰਾਜ ਅਸੀਂ ਦੱਸੋ ਕਿਵੇਂ ਸਮਝੀਏ ਜਾਣੀਏ, ਕਿਰਪਾ ਕਰਕੇ ਸਾਨੂੰ ਉਪਦੇਸ਼ ਦੇ ਉਚਾਰਨ ਕਰੋ। ਸੁਨ ਸ੍ਰੀ ਅਰਜਨ ਵਾਕ ਉਚਾਰਾ, ਤਾਂ ਸੁਣ ਕਰਕੇ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਨੇ ਫਿਰ ਇਹਨਾਂ ਵਿਦਵਾਨ ਬ੍ਰਾਹਮਣ ਜਨਾਂ ਜਿਹੜੇ ਬੜੇ ਸਿਆਣੇ ਸੀ, ਸਮਝ ਵਾਲੇ ਸਨ, ਕਿਉਂਕਿ ਉਹ ਸਮਝਣ ਵਾਸਤੇ ਹੀ ਆਏ ਹੈ ਮਹਾਰਾਜ ਦੇ ਕੋਲ। ਜਿਹੜਾ ਗੁਰੂ ਕੋਲ ਆਉਣਾ ਹੈ ਉਹ ਆਉਣਾ ਹੀ ਗੁਰਮੁਖੋਂ ਸਿੱਖਣ ਲਈ ਹੈ। ਸਭ ਕੁਝ ਆਪਣਾ ਹੰਗਤਾ ਮਮਤਾ ਛੱਡ ਕਰਕੇ ਹਮੇਸ਼ਾ ਇਹ ਭਾਵਨਾ ਧਾਰ ਕੇ ਹੀ ਮਹਾਰਾਜ ਕੋਲ ਆਉਣਾ, ਮੈਂ ਕੁਝ ਜਾਣਦਾ ਨਹੀਂ, ਮੈਂ ਅੱਜ ਕੁਝ ਸਿੱਖ ਕੇ ਆਉਣਾ। ਜਦੋਂ ਇਹ ਭਾਵਨਾ ਧਾਰ ਕੇ ਆਵਾਂਗੇ ਫਿਰ ਅਸੀਂ ਸਿੱਖ ਹਾਂ। ਸਿੱਖ ਉਹ ਜਿਹੜਾ ਹਰ ਸਮੇਂ ਸਿੱਖਿਆ ਨੂੰ ਧਾਰਨ ਕਰਦਾ ਰਹੇ। ਸਤਿਗੁਰੂ ਗੁਰੂ ਅਰਜਨ ਦੇਵ ਜੀ ਪਾਤਸ਼ਾਹ ਨੇ ਬਚਨ ਕਹੇ ਹਨ, ਨਿਰਗੁਣ ਸਰਗੁਣ ਦੁਐ ਪੱਖ ਧਾਰਾ। ਮਹਾਰਾਜ ਕਹਿੰਦੇ ਭਾਈ ਐ ਬ੍ਰਾਹਮਣ ਜਨੋ ਪੰਡਤੋ ਵਿਦਵਾਨੋ, ਭਾਈ ਭਗਤ ਨਾਮਦੇਵ ਜੀ ਨੇ ਨਾ ਇਹਨਾਂ ਸ਼ਬਦਾਂ ਦੇ ਵਿੱਚ ਇੱਕ ਨਿਰਗੁਣ ਦਾ ਤੇ ਦੂਸਰਾ ਸਰਗੁਣ ਦਾ ਦੋਨੇ ਪੱਖ ਧਾਰੇ ਹਨ। ਦੋਨੋਂ ਕੀ ਉਪਾਸਨਾ ਨਿਆਰੀ, ਦੋਨਾਂ ਦੀ ਜਿਹੜੀ ਉਪਾਸਨਾ, ਨਿਰਗੁਣ ਦੀ ਉਪਾਸਨਾ ਵੱਖਰੀ ਹੈ, ਸਰਗੁਣ ਦੀ ਉਪਾਸਨਾ ਵੱਖਰੀ ਹੈ। ਕਿਨਹੋ ਧਰੀ ਰੇ ਨਿਜ ਹਿਰਦੈ ਮਝਾਰੀ, ਜਿਸ ਨੇ ਵੀ ਆਪਣੇ ਹਿਰਦੇ ਦੇ ਵਿੱਚ ਇਸ ਨੂੰ ਧਾਰਨ ਕਰ ਲਿਆ। ਜੈਸੇ ਸਾਗਰ ਜਾਏ ਨਿਹਾਰੇ, ਫਿਰ ਮਹਾਰਾਜ ਕਹਿੰਦੇ ਵੀ ਇਉਂ ਹੈ। ਦੇਖੋ ਇੱਕ ਹੁੰਦਾ ਜਿਹਨੂੰ ਅਨੁਭਵ ਹੋ ਗਿਆ, ਇੱਕ ਨੇ ਕੋਈ ਸਰਗੁਣ ਸਰੂਪ ਆਪਾਂ ਨੂੰ ਚਿੱਤਰ ਕੇ ਦੱਸਤਾ, ਇਹਦੀ ਇਉਂ ਪੂਜਾ ਕਰਨੀ ਹੈ, ਉਸੇ ਤਰ੍ਹਾਂ ਕਰੀ ਗਿਆ ਪੂਜਾ ਵੀ। ਇੰਨੇ ਵਜੇ ਭੋਗ ਲਵਾਈ, ਇੰਨੇ ਵਜੇ ਆਹ ਕਰਮ, ਇੰਨੇ ਵਜੇ ਇਸ਼ਨਾਨ ਠਾਕੁਰ ਦਾ, ਇਸ ਵਜੇ ਆਹ ਵਸਤਰ ਪਹਿਨਾਉਣੇ ਆ, ਇੰਨਾ ਇਹ ਮੁਕਟ ਪਹਿਨਾਉਣਾ, ਇਹ ਮਾਲਾ ਕੰਠੀ ਪਹਿਨਾਉਣੀ ਹੈ। ਉਹ ਸਾਰਾ ਕੁਝ ਸਮਝਾਇਆ ਤੇ ਉਸ ਨੂੰ ਹੁਣ ਸਾਰੇ ਕਰਦੇ ਆ। ਜਿਹੜਾ ਕੋਈ ਵੀ ਪੁਜਾਰੀ ਹੁੰਦਾ ਉਹ ਕਰਦਾ ਹੈ ਸਾਰੀ ਮਰਜ਼ਾਦਾ, ਜਿਵੇਂ ਗੁਰੂ ਘਰ ਦੀ ਮਰਜ਼ਾਦਾ ਹੈ ਨਾ, ਸਵੇਰ ਤੋਂ ਲੈ ਕੇ ਸ਼ਾਮ ਤੱਕ ਕਿਵੇਂ ਮਹਾਰਾਜ ਦਾ ਪ੍ਰਕਾਸ਼ ਕਰਨਾ ਹੈ, ਕਿਵੇਂ ਮੁਖਵਾ ਕੀ, ਅਰਦਾਸ ਕੀ, ਸਾਰਾ। ਹੁਣ ਇੱਕ ਤੇ ਜਿਹੜਾ ਹੈ ਉਹ ਆਪਾਂ ਕਰ ਰਹੇ ਹਾਂ, ਇਹ ਕਰਦਿਆਂ ਕੋਈ ਅਨੁਭਵ ਹੋ ਜੇ। ਤੇ ਇਸ ਤਰ੍ਹਾਂ ਜਿਵੇਂ ਹੁਣ ਇਹਨੂੰ ਮੈਂ ਇਉਂ ਸ਼ਬਦਾਂ 'ਚ ਕਹਿ ਦਿੰਦਾ ਹੁੰਦਾ ਕਿ ਰੱਬ ਹੈ ਇੱਕ। ਤਾਂ ਹੁਣ ਆਪਾਂ ਬਹੁਤ ਆ, ਜਿੰਨੇ ਆਪਾਂ ਰੱਬ ਦੇ ਬਾਰੇ ਸਾਰੇ ਜਾਣਦੇ ਹਾਂ, ਸਭ ਨੂੰ ਪਤਾ ਨਾ ਰੱਬ ਹੈਗਾ। ਬੱਚਿਆਂ ਨੂੰ ਵੀ, ਨਿੱਕਿਆਂ ਨੂੰ ਉਹ ਵੀ ਕਹਿੰਦੇ ਆ ਰੱਬ, ਚਾਹੇ ਉੱਪਰ ਨੂੰ ਹੱਥ ਕਰਕੇ ਆਕਾਸ਼ ਵੱਲ ਕਹਿੰਦੇ ਰੱਬ, ਭਾਵ ਹੈ ਕਿ ਉੱਚਾ ਹੈ। ਜਾਣਕਾਰੀ ਦਾ ਛੋਟੇ ਹੁੰਦਿਆਂ ਤੋਂ ਵੀ ਦੇਖੋ ਰੱਬ ਦੇਖਦਾ ਹੈ, ਰੱਬ ਹੈ, ਰੱਬ ਹੀ ਸਾਰਾ ਕੁਝ ਕਰਦਾ ਹੈ। ਉਹਨੂੰ ਪਰਮੇਸ਼ਰ ਪ੍ਰਭੂ ਜਾਣਕਾਰੀਆਂ ਮਿਲ ਗਈਆਂ ਆਪਾਂ ਨੂੰ। ਤੇ ਇਹਦਾ ਮਤਲਬ ਕੀ ਹੋਇਆ? ਆਪਾਂ ਰੱਬ ਦੇ ਬਾਰੇ ਜਾਣਦੇ ਹਾਂ। ਲੇਕਿਨ ਫਿਰ ਜੇ ਰੱਬ ਬਾਰੇ ਜਾਣਗੇ ਗੁਰੂ ਕੋਲ ਕਿਉਂ ਨੇ? ਕਿਉਂਕਿ ਸਤਸੰਗ ਕਰਕੇ ਅਸੀਂ ਰੱਬ ਦੇ ਬਾਰੇ ਤਾਂ ਜਾਣਦੇ ਸੀ, ਰੱਬ ਨੂੰ ਨਹੀਂ ਜਾਣਦੇ।
ਫਰਕ ਇੰਨਾ ਹੈ, ਗੁਰੂ ਕਿਰਪਾ ਕਰਦਾ, ਉਹ ਰੱਬ ਨੂੰ ਜਾਣਨ ਲਾ ਦਿੰਦਾ ਹੈ। ਇੱਕ ਫਿਰ ਉਹ ਨੇ ਅਨੁਭਵੀ, ਜਿਨ੍ਹਾਂ ਨੂੰ ਆਪਾਂ ਫਿਰ ਸੰਤ ਕਹਿ ਦਿੰਦੇ ਆ, ਗੁਰਮੁਖ ਕਹਿ ਦਿੰਦੇ ਆ, ਬ੍ਰਹਮ ਗਿਆਨੀ ਕਹਿੰਦੇ ਆ, ਕੋਈ ਸਾਧੂ ਕਹਿੰਦਾ ਹੈ, ਕੋਈ ਸ਼ਬਦਾਂ 'ਚ। ਉਹ ਕੌਣ ਨੇ? ਇਹ ਵੱਖਰੀ ਗੱਲ ਹੈ। ਨਾਂ ਨਾਲ ਕੋਈ ਭੇਖ ਰੂਪ ਵਿੱਚ ਵੀ ਲਾ ਲਵੇ ਸ਼ਬਦ, ਉਹ ਵੱਖਰਾ, ਪਰ ਅਸਲ ਵਿੱਚ ਸ਼ਬਦ ਉਹਨਾਂ ਲਈ ਜਿਨ੍ਹਾਂ ਨੇ ਰੱਬ ਨੂੰ ਜਾਣ ਲਿਆ। ਰੱਬ ਬਾਰੇ ਸਭ ਜਾਣਦੇ, ਰੱਬ ਨੂੰ ਜਾਣਨ ਵਾਲੇ ਵਿਰਲੇ। ਤੇ ਸਤਸੰਗ ਇਸੇ ਵਾਸਤੇ ਹੀ ਹੈ, ਰੱਬ ਨੂੰ ਜਾਣੇ। ਮਹਾਰਾਜ ਕਹਿਣ ਲੱਗੇ ਵੀ ਜੈਸੇ ਸਾਗਰ ਜਾਏ ਨਿਹਾਰੇ, ਜਿਵੇਂ ਕੋਈ ਵਿਅਕਤੀ ਸਮੁੰਦਰ ਤੇ ਜਾਂਦਾ ਤੇ ਜਾ ਕੇ ਵੇਖਦਾ, ਜਿਸ ਤੇ ਉੱਠੇ ਤਰੰਗ ਹਜ਼ਾਰੇ, ਜਿਸ ਸਮੁੰਦਰ ਦੇ ਉੱਤੇ ਹਜ਼ਾਰਾਂ ਤਰੰਗਾਂ ਉੱਠਦੀਆਂ ਹਨ। ਨਦੀ ਜਾਏ ਕਰ ਜਬੈ ਨਿਹਾਰੀ, ਤੇ ਜਦੋਂ ਜਾ ਕੇ ਨਦੀ ਨੂੰ ਵੇਖਿਆ ਹੈ, ਸੋਈ ਸਾਗਰ ਤਾਹੇ ਵਿਚਾਰੀ। ਤੇ ਉਹ ਮਨੁੱਖ ਨੇ ਵੇਖਿਆ ਵੀ ਸਮੁੰਦਰ ਦੇ ਕੋਲ ਜਾ ਕੇ ਖੜਾ ਹੋ ਗਿਆ, ਇਹਦੇ ਵਿੱਚੋਂ ਲਹਿਰਾਂ ਉੱਠਦੀਆਂ, ਕਿੰਨਾ ਪਾਣੀ ਆਏ। ਉਹਨੇ ਉਹ ਚੀਜ਼ਾਂ ਵੇਖ ਕੇ ਫਿਰ ਕਿਤੇ ਕੁਦਰਤੀ ਨਦੀ ਵੇਖ ਲਈ। ਤੇ ਨਦੀ ਵੀ ਹੁਣ ਕਦੇ ਛੋਟੀ ਤਾਂ ਹੁੰਦੀ, ਵੱਡੀਆਂ ਵੱਡੀਆਂ ਨਦੀਆਂ ਕਈ ਕਿਲੋਮੀਟਰਾਂ 'ਚ ਚੱਲਦੀਆਂ, ਕਈ ਮੀਲ ਚੌੜਾਈ ਹੈ ਉਹਨਾਂ ਦੀ, ਲੰਬਾਈ ਤਾਂ ਕੋਈ ਅੰਤ ਨਹੀਂ। ਤੇ ਪਾਣੀ ਪਾਣੀ ਹੈ ਨਦੀਆਂ ਵਿੱਚ, ਤੇ ਉਹ ਨਦੀ ਵੀ ਵੇਖ ਲਈ ਜਾ ਕੇ, ਉਹਦੇ ਵਿੱਚ ਵੀ ਸਾਰਾ ਕੁਝ ਉਵੇਂ ਹੀ ਹੈ, ਲਹਿਰਾਂ ਉਹਦੇ 'ਚ ਉੱਠਦੀਆਂ, ਪਾਣੀ ਉਹਦੇ ਵਿੱਚ ਹੈਗਾ। ਨਦੀ ਜਾਏ ਕਰ ਜਬੈ ਨਿਹਾਰੀ, ਜਦੋਂ ਉਸਨੇ ਜਾ ਕੇ ਨਦੀ ਨੂੰ ਵੇਖਿਆ ਹੈ, ਸੋਈ ਸਾਗਰ ਤਾਹੇ ਵਿਚਾਰੀ। ਉਸ ਵਿਅਕਤੀ ਨੇ ਅਗਿਆਨਤਾ ਵਿੱਚ ਉਸ ਨਦੀ ਨੂੰ ਹੀ ਸਮੁੰਦਰ ਵਿਚਾਰ ਲਿਆ ਵੀ ਇਹ ਵੀ ਸਮੁੰਦਰ ਹੀ ਹੈ। ਜਲ ਸਰੂਪ ਤਹਿ ਏਕ ਨਿਹਾਰਾ, ਉਸੇ ਜਲ ਦਾ ਸਰੂਪ ਉਹੀ ਜਲ ਹੈ ਸਮੁੰਦਰ, ਨਦੀ ਵਿੱਚ ਉਹਦਾ ਸਰੂਪ ਉਸੇ ਤਰ੍ਹਾਂ ਲਹਿਰਾਂ, ਉਹ ਇੱਕੋ ਹੀ ਵੇਖ ਲਿਆ, ਇੱਕੋ ਹੀ ਜਾਣ ਲਿਆ। ਤਿਮ ਸ੍ਰੀ ਪ੍ਰਭ ਕੇ ਗਾਨੇ ਅਵਤਾਰਾ। ਮਹਾਰਾਜ ਕਹਿੰਦੇ ਆ ਭਾਈ ਪੰਡਤ ਜਨੋ, ਉਸੇ ਤਰ੍ਹਾਂ ਪਰਮੇਸ਼ਰ ਦੇ ਬੇਅੰਤ ਅਵਤਾਰ ਨੇ। ਸਤ ਚਿਤ ਆਨੰਦ ਰੂਪ ਜੇ ਲਹਿਓ। ਹੁਣ ਸਮੁੰਦਰ ਆਪਦੀ ਜਗ੍ਹਾ, ਨਦੀ ਆਪਦੀ ਜਗ੍ਹਾ ਹੈ। ਨਦੀ ਸਮੁੰਦਰ ਦਾ ਮੁਕਾਬਲਾ ਨਹੀਂ ਨਾ ਕਰ ਸਕਦੀ, ਇਸ ਕਰਕੇ ਪਾਣੀ ਤੇ ਉਹਦੇ ਵਿੱਚ ਵੀ ਹੈ, ਤਰੰਗਾਂ ਉਹਦੇ ਵਿੱਚ ਵੀ ਨੇ। ਉਹ ਹੈ ਅੰਸ਼ ਕਹਿ ਸਕਦੇ ਹਾਂ ਸਮੁੰਦਰ ਦੀ ਇੱਕ ਤਰ੍ਹਾਂ ਨਾਲ, ਪਰ ਸਮੁੰਦਰ ਨਹੀਂ ਹੈ। ਸਮੁੰਦਰ ਦੀ ਜਿਹੜੀ ਹੈ ਉਹ ਬਹੁਤ ਲੰਮਾ ਚੌੜਾ ਗਹਿਰਾਈ ਹੈ, ਬੇਅੰਤ ਹੈ। ਨਦੀ ਦਾ ਤੱਟ ਸਾਰਿਆਂ ਨੂੰ ਇੰਨਾ ਕਿ ਹੈਗਾ, ਇੰਨਾ ਇਹਦੇ ਚ ਪਾਣੀ ਹੈ, ਇੰਨੀ ਇਹਦੀ ਲੰਮਾਈ ਚੌੜਾਈ ਹੈ। ਤੋ ਉਹਦਾ ਭਾਵ ਦੱਸਿਆ ਨਾ ਕਿ ਜਿਵੇਂ ਨਦੀ ਤੇ ਸਮੁੰਦਰ ਵਿੱਚ ਬੇਅੰਤ ਫਰਕ ਹੈ। ਸਤ ਚਿਤ ਆਨੰਦ ਰੂਪ ਜੇ ਲਹਿਓ। ਇਸੇ ਤਰ੍ਹਾਂ ਭਾਈ ਇਹ ਜਾਣ ਲਓ ਵੀ ਜਿਹਨੇ ਸਤ ਚਿਤ ਚੇਤਨ ਸਰੂਪ, ਸਤ ਸਰੂਪ, ਆਨੰਦ ਸਰੂਪ ਜਿਸਨੇ ਭਾਈ ਲਹਿਓ ਉਹ ਜਾਣ ਲਿਆ। ਸਭ ਕੋ ਸੱਤਾ ਦੇਹ ਸੋ ਰਹਿਓ। ਤੇ ਉਹੀ ਸਾਰਿਆਂ ਨੂੰ ਸ਼ਕਤੀ, ਤਾਕਤ, ਸੱਤਾ ਬਖਸ਼ਿਸ਼ ਕਰਦਾ ਹੈ। ਉਹੀ ਹੈ ਜੋ ਸਤ ਚੇਤਨ ਆਨੰਦ ਹੈ। ਸਾਰਿਆਂ ਦੇ ਵਿੱਚ ਉਸੇ ਦੀ ਤਾਕਤ ਹੈ, ਉਸੇ ਦੀ ਸੱਤਾ ਸ਼ਕਤੀ ਹੈ। ਜੋ ਪੰਡਤ ਪਠ ਵਿਦਿਆ ਘਨੀ। ਫਿਰ ਮਹਾਰਾਜ ਕਹਿੰਦੇ ਵੀ ਪੰਡਤ, ਇੱਥੇ ਵਿਦਵਾਨ ਆ ਗਿਆ, ਇੱਕ ਬਹੁਤ ਵਿਦਵਾਨ ਬਣ ਗਿਆ। ਉਹਨੇ ਗ੍ਰੰਥ ਵੀ ਪੜ੍ਹ ਲਏ ਸਾਰੇ, ਵਿਆਕਰਨ ਨਿਯਮ ਪੜ੍ਹ ਲਏ, ਪਿੰਗਲ ਪੜ੍ਹ ਲਿਆ, ਸਾਰੇ ਗ੍ਰੰਥਾਂ ਦਾ ਗਿਆਨ ਹੋ ਗਿਆ ਤੇ ਬਹੁਤ ਤਕੜਾ ਵਿਦਿਆ ਪੜ੍ਹ ਕੇ ਵਿਦਵਾਨ ਬਣ ਗਿਆ। ਤੇ ਵਿਦਵਾਨ ਫਿਰ ਉਹ ਵਿਚਾਰ ਕਰਨ ਲੱਗ ਗਿਆ, ਲੋਕਾਂ ਨੂੰ ਸਮਝਾਉਣਾ ਸ਼ੁਰੂ ਕਰਤਾ। ਆਏ ਭਾਈ ਆਹ ਕੁਝ ਹੈ, ਆਏ ਮਨੁੱਖੀ ਕਿਰਿਆ ਹੁੰਦੀ, ਆਏ ਮਨੁੱਖ ਜਨਮ, ਗ੍ਰੰਥਾਂ ਚੋਂ ਪੜ੍ਹਿਆ ਨੇ ਸਾਰਾ।
ਜਾਣਕਾਰੀ ਲੈ ਕੇ ਫਿਰ ਸਾਰੀ ਦੁਨੀਆ ਨੂੰ ਦੱਸਦਾ ਹੈ, ਬੜੀ ਬਰੀਕੀ ਨਾਲ ਸਮਝਾਉਂਦਾ ਹੈ ਤੇ ਲੋਕ ਆਸ਼ਾ ਸ਼ਿਕਾਰ ਉੱਠਦੇ ਆ, ਪਰ ਫਿਰ ਵੀ ਉਹ ਆਨੰਦ ਨਹੀਂ ਬਣਦਾ। ਇੱਕ ਬੰਦਗੀ ਵਾਲਾ ਆ ਜੇ, ਕੋਈ ਅੰਤਰੀਵ ਜੁੜਿਆ ਹੈ ਰੱਬ ਨਾਲ ਭੇਦ, ਉਹਦੇ ਸਿੱਧੇ ਸਾਦੇ ਲਫ਼ਜ਼ ਵੀ ਹੋਣ, ਐਵੇਂ 10 ਮਿੰਟ ਵੀ ਬੋਲ ਦੇਵੇ ਉਹ ਸੰਗਤਾਂ ਵਿੱਚ, ਗੁਰਮੁਖ ਉਹਦਾ ਅਸਰ ਹੋ ਜਾਂਦਾ। ਤੇ ਤੁਸੀਂ ਆ ਵੇਖੋ ਵੀ ਗੁਰਮੁਖਾਂ ਦੇ ਬਚਨਾਂ ਦੇ ਨਾਲ ਲੱਖਾਂ ਪ੍ਰਾਣੀ ਅੰਮ੍ਰਿਤਧਾਰੀ ਹੋ ਗਏ। ਤੁਸੀਂ ਕਦੇ ਸੁਣਿਆ ਵੀ ਫਲਾਣਾ ਵਿਦਵਾਨ ਸੀ, ਉਹਦੀ ਕਥਾ ਸੁਣ ਕੇ ਕਿਸੇ ਨੇ ਅੰਮ੍ਰਿਤ ਛਕ ਲਿਆ ਹੋਵੇ? ਮਾਰੀ ਜਾਏ ਉਹ ਟੱਕਰਾਂ, ਕਿਉਂਕਿ ਉਹ ਆਪ ਦਾ ਅਨੁਭਵ ਨਹੀਂ, ਆਪ ਦਾ ਜੀਵਨ ਨਹੀਂ ਹੈ ਉਹਦੇ ਵਿਸ਼ੇ ਤੇ। ਇਸ ਕਰਕੇ ਕਾਰਨ ਇਹ ਹੈ ਕਿ ਗੁਰਮੁਖਤਾ ਹੀ ਨਹੀਂ ਆਈ। ਗੁਰੂ ਸਾਹਿਬ ਕਹਿੰਦੇ ਬਾਣੀ ਬਿਰਲੋ ਵਿਚਾਰ ਸੀ ਜੇ ਕੋ ਗੁਰਮੁਖ ਹੋਏ। ਇਹ ਤਾਂ ਗੁਰਮੁਖਾਂ ਦੀ ਗੱਲ ਸੀ। ਕਥਾ ਵੀ ਗੁਰਮੁਖਤਾ ਹੀ ਅਨੁਭਵਤਾ ਦੀ ਬਾਤ ਹੈ। ਹੁਣ ਫੈਸ਼ਨ ਪ੍ਰਸਤੀ ਬਣ ਗਈ। ਹੁਣ ਤਾਂ ਇੱਕ ਤਰ੍ਹਾਂ ਨਾਲ 4 ਗੱਲਾਂ ਇਧਰੋਂ ਸੁਣ ਲੀਆਂ, 10 ਉਧਰੋਂ ਸੁਣ ਲੀਆਂ, ਇਧਰੋਂ ਉਧਰੋਂ ਸੁਣ ਕੇ 4 ਧਾਰਨਾ ਹੋਰ ਇਕੱਠਾ ਕਰਕੇ ਜਾ ਕੇ ਬਹਿ ਜਾਣਾ, ਸੁਣਾ ਦਈਆਂ ਸਾਖੀ ਹੈ, ਇਹਦੇ ਨਾਲ ਆ ਇੰਨੇ ਕੁ ਸ਼ਬਦ ਬੋਲਣੇ ਆ, ਇੰਨੇ ਕੁ ਆਹ ਇੱਥੇ ਧਾਰਨਾ ਪੜ੍ਹ ਦੇਣੀ ਹੈ, ਦੀਵਾਨ ਲਾ ਦੇਣਾ। ਤੇ ਇਸ ਤਰ੍ਹਾਂ ਉਹ ਫਿਰ ਅਨੁਭਵਤਾ ਦਾ ਕੋਈ ਜੀਵਨ ਦੀ ਕਮਾਈ ਤਾਂ। ਤੇ ਹੁਣ ਦੌੜ ਵੀ ਇਸੇ ਗੱਲ ਪਿੱਛੇ ਲੱਗੀ ਹੋਈ ਹੈ। ਇੱਕ ਗੱਲ ਤੁਸੀਂ ਵੇਖੋ, ਪਹਿਲੇ ਜਿਹੜੇ ਸਾਧੂ ਹੁੰਦੇ ਸੀ ਨਾ, ਉਹਨਾਂ ਨੂੰ ਇਹ ਨਹੀਂ ਸੀ ਮਤਲਬ ਹੁੰਦਾ ਦੁਨੀਆ ਮੇਰੇ ਕੋਲੇ ਕਿੰਨੀ ਗਾਉਂਦੇ, ਉਹਨਾਂ ਨੂੰ ਹੁੰਦਾ ਸੀ ਭਜਨ ਬੰਦਗੀ ਕਰਨ ਲੱਗ ਗਏ ਤੇ ਬੰਦਗੀ ਕਰੀ ਗਏ। ਜਿਉਂ-ਜਿਉਂ ਮਹਿਕ ਉਹ ਬੰਦਗੀ ਦੀ ਗਈ, ਲੋਕ ਖਿੱਚੇ ਉੱਥੇ ਜਾਣ ਲੱਗ ਪਏ। ਪੁਰਾਣੇ ਤੁਸੀਂ ਸਾਧੂਆਂ ਦਾ ਸਾਰਿਆਂ ਦਾ ਹੀ ਜਿੰਨੀ ਮਹਿਮਾ ਜੀਵਨ ਪੜ੍ਹ ਲਓ, ਉਹਨਾਂ ਨੇ ਇਹ ਕੋਈ ਉਦਮ ਹੀ ਨਹੀਂ ਕੀਤਾ ਕਿ ਸੰਸਾਰ ਕਿਵੇਂ ਮਗਰ ਲੱਗੂ। ਪਰਮੇਸ਼ਰ ਵੱਲ ਨੂੰ ਤੁਰ ਪਏ, ਦੁਨੀਆ ਜੁੜ ਗਈ। ਉਹ ਉਦੋਂ ਵੀ ਬੇਅੰਤ ਜੁੜੀ, ਹੁਣ ਵੀ ਜੁੜੀ। ਲੇਕਿਨ ਹੁਣ ਰਿਵਾਜ ਇਹ ਪੈ ਗਿਆ ਕੋਈ ਨਾ ਕੋਈ ਇਹੋ ਜਿਹਾ ਪਖੰਡ ਜਿਹਾ ਰਚੀਏ, ਦੁਨੀਆ ਨੂੰ ਕਿਵੇਂ ਭਰਮਾਈਏ। ਅੱਜ ਕੱਲ੍ਹ ਇਹ ਰਿਵਾਜ ਹੀ ਚੱਲ ਪਿਆ। ਫਲਾਣੇ ਗੁਰਦੁਆਰੇ ਫਲਾਣੀ ਅਰਦਾਸ ਪੂਰੀ ਹੁੰਦੀ ਹੈ, ਢਮਕਾਣੇ ਆਹ ਕੁਛ ਹੁੰਦਾ ਹੈ, ਉੱਥੇ ਆਹ ਕੁਛ ਹੁੰਦਾ ਹੈ। ਇਹ ਰਿਵਾਜ ਨਹੀਂ ਚੱਲਿਆ, ਹੁਣ ਬਹੁਤ ਜ਼ਿਆਦਾ ਚੱਲ ਪਿਆ। ਤੁਸੀਂ ਵੇਖੋ ਤੇ ਦੁਨੀਆ ਬਸ ਆਈ ਤੁਰੀ ਫਿਰਦੀ ਹੈ। ਹਾਂ, ਜਿੱਥੇ ਗੁਰੂ ਕਿਆਂ ਦਾ ਕੋਈ ਇਤਿਹਾਸਕ ਬਖਸ਼ਿਸ਼ ਹੈ ਤੇ ਕਈ ਹੁਣ ਉਹੀ ਮਨਘੜਤ ਇਤਿਹਾਸ ਵੀ ਬਹੁਤ ਗੁਰੂ ਘਰਾਂ ਨਾਲ ਵਿੱਚ ਐਵੇਂ ਜੋੜਿਆ ਜਾ ਰਿਹਾ। ਇਹ ਫਲਾਨੇ ਗੁਰੂ ਦਾ ਜੀ ਗੁਰਦੁਆਰਾ ਹੈ, ਇੱਥੇ ਗੁਰੂ ਸਾਹਿਬ ਨੇ ਆਹ ਬਚਨ ਕਹੇ ਸੀ। ਉਹ ਕੁਦਰਤੀ ਹੌਲੀ ਹੌਲੀ ਕਈਆਂ ਦਾ ਕੰਮ ਜ਼ਿਆਦਾ ਚੱਲ ਜਾਂਦਾ। ਇਹ ਬਹੁਤ ਰਿਵਾਜ ਪਿਆ ਹੋਇਆ ਤੇ ਇਹ ਪਖੰਡ ਹੈ ਜੀ, ਮਾਫ ਕਰ ਦੇਣਾ। ਗੁਰੂ ਮਹਾਰਾਜ ਦੇ ਦਰ ਤੇ ਆਉਣਾ ਗੁਰਸਿੱਖ ਨੇ ਅਰਦਾਸ ਬੇਨਤੀ, ਕਿਉਂਕਿ ਗੁਰੂ ਸਾਹਿਬ ਜੀ ਦੇ ਜਿੱਥੇ ਕੋਈ ਇਤਿਹਾਸਕ ਬਚਨ ਨੇ, ਉਹ ਬਚਨ ਦੀ ਕਰਾਮਾਤ ਜ਼ਰੂਰ ਹੁੰਦੀ ਹੈ। ਜਿਵੇਂ ਆਪਾਂ ਕਿੰਨੇ ਇਤਿਹਾਸਕ ਸਥਾਨਾਂ, ਹੁਣ ਆਪਾਂ ਕਥਾ 'ਚ ਵੀ ਸੁਣ ਲਏ ਨਾ ਕਿ ਮਹਾਰਾਜ ਨੇ ਇੱਥੇ ਵਰ ਦਿੱਤਾ, ਤਰਨ ਤਾਰਨ ਸਾਹਿਬ ਕੀ ਵਰ ਦਿੱਤਾ, ਦੇਖੋ ਗੋਇੰਦਵਾਲ, ਖਡੂਰ ਸਾਹਿਬ। ਫਿਰ ਹੋਰ ਸਥਾਨ ਜਿੱਥੇ ਵਸਾਏ ਗੁਰੂ ਮਹਾਰਾਜ ਨੇ, ਜਾਂ ਆਪਾਂ ਵੇਖਦੇ ਹਾਂ ਵਿਵੇਕਸਰ ਸਥਾਨ ਹੈ, ਉੱਥੇ ਮਹਾਰਾਜ 6ਵੇਂ ਪਾਤਸ਼ਾਹ ਨੇ ਵਰ ਦਿੱਤਾ ਹੀ ਵੀ ਜਿਹੜਾ ਇਸ ਸਥਾਨ ਤੇ ਆਊ, ਨਾਮ ਜਪੂ, ਨਮਸਕਾਰ ਕਰੂ, ਉਹਨੂੰ ਗਿਆਨ ਦੀ ਪ੍ਰਾਪਤੀ ਹੋਊ। ਬੜੇ ਬੜੇ ਵਿਦਵਾਨ ਪੈਦਾ ਹੋਏ ਜਿਹੜੇ ਉੱਥੇ ਬੇਨਤੀ ਕਰੇ ਜਾ ਕੇ ਮਹਾਰਾਜ ਕਿਰਪਾ ਕਰ ਦਿੰਦੇ ਆ, ਗਿਆਨ ਦੀ ਬਖਸ਼ਿਸ਼ ਕਰਦੇ। ਹੋਰ ਸਥਾਨ ਆਪਾਂ ਸ੍ਰੀ ਅੰਮ੍ਰਿਤਸਰ ਦਰਬਾਰ ਸਾਹਿਬ, ਜਾਂ ਇਹ ਬਚਨਾਂ ਦੀਆਂ ਕਰਾਮਾਤਾਂ। ਮਹਾਰਾਜ ਨੇ ਕਹਿਤਾ ਇਹ ਬੌਲੀ 'ਚ ਇਸ਼ਨਾਨ ਕਰੂ 84 ਵਾਰ, 84 ਜਪਜੀ ਸਾਹਿਬ ਪਾਠ, 84 ਦੇ ਗੇੜੇ ਮੁੱਕ ਜਾਣਗੇ। ਉਹ ਬਚਨ ਕਰਾਮਾਤ ਕਰਦਾ, ਗੱਲ ਬਚਨ ਦੀ ਹੈ। ਤੇ ਉਹਨਾਂ ਸਥਾਨਾਂ ਦੀ ਰੀਸੋ ਘੜੀਸ ਕਈ ਸਥਾਨਾਂ ਤੇ ਇਹੋ ਜਿਹੇ ਕੰਮ ਚਲਾ ਲਏ। ਹੁਣ ਭਾਵੇਂ ਉਹ ਬੰਦ ਕੀਤਾ, ਉਹਦਾ ਕਾਰਨ ਕੀ ਹੋਇਆ ਵੀ ਦੇਖਾ ਦੇਖੀ ਕੰਮ ਇੰਨਾ ਚੱਲਿਆ ਕਿ ਇੱਕ ਸ੍ਰੀ ਦਰਬਾਰ ਸਾਹਿਬ ਜਹਾਜ਼ ਲੈ ਗਿਆ ਛੋਟਾ ਜਿਹਾ 2 ਗਿੱਠਾਂ ਦਾ। ਉਹ ਹੁਣ ਇੱਕਦਮ ਤਾਂ ਉੱਥੇ ਕੁਝ ਵੀ ਨਹੀਂ ਨਾ ਹੋ ਸਕਦਾ। ਉਹ ਜਾ ਕੇ ਉਹਨੇ ਫੜਾਤਾ, ਚਲੋ ਜਿਹੜੇ ਹੁਣ ਭਾਈ ਬੈਠੇ ਨੇ ਗਿਆਨੀ, ਉਹਨਾਂ ਨੇ ਤੇ ਫੜ ਲਿਆ ਵੀ ਠੀਕ ਹੈ। ਪਰ ਬਾਅਦ ਵਿੱਚ ਫਿਰ ਉਹਨਾਂ ਵਿਚਾਰ ਕੀਤੀ ਵੀ ਅੱਜ ਤਾਂ 1 ਆਇਆ, ਕੱਲ ਨੂੰ 10 ਹੋਣਗੇ, ਪਰਸੋਂ ਨੂੰ 50 ਹੋਣਗੇ, ਚੌਥੇ ਨੂੰ 100 ਆਊਗਾ।
ਇਹ ਤਾਂ ਕੰਮ ਗਲਤ ਹੋ ਜੂ। ਫਿਰ ਜਗ੍ਹਾ ਤੇ ਹਟਾਏ। ਹੁੰਦਾ ਹੈਗਾ ਕਈ ਜਗ੍ਹਾ ਤੇ ਹੈ, ਇੱਕ ਦੋ ਸਥਾਨ ਅਸੀਂ ਦੇਖੇ ਬੜੇ ਨੇ। ਤੇ ਉਹ ਫਿਰ ਕੀ ਹੈ, ਜੋ ਪੁੱਛੀ ਉਹ ਕਹਿੰਦੇ ਜੀ ਇੱਥੇ ਅਰਦਾਸ ਕਰੇ ਸਹੀ, ਉਹਦਾ ਵੀਜ਼ਾ ਲੱਗ ਜਾਂਦਾ ਹੈ। ਫਿਰ ਉਹ ਜਹਾਜ਼ ਚੜ੍ਹਦੇ ਆ। ਦੇਖੋ ਕੀ ਪਖੰਡ ਤੋਰਿਆ ਬਈ ਆਪ ਤਾਂ ਜਾਣਾ ਕਰੋੜਾਂ ਵਾਲੇ ਜਹਾਜ਼ 'ਚ, ਤੇ ਗੁਰੂ ਗ੍ਰੰਥ ਸਾਹਿਬ ਅੱਗੇ ਫਿਰ ਉਹ ਨਕਲੀ ਜਿਹਾ 50-100 ਵਾਲਾ ਵੀ ਜਾਂਦਾ ਰੱਖ। ਫਿਰ ਇੱਥੇ ਵੀ ਉਨਾ ਹੀ ਪੈਸਾ, ਤੂੰ ਕਰੋੜ ਵਾਲੇ 'ਚ ਚੜ੍ਹਨਾ ਚਾਹੁੰਦਾ ਤੇ ਗੁਰੂ ਨੂੰ ਖੜਾਉਣਾ ਦਿੰਦਾ। ਇਹ ਪਖੰਡ ਕਈ ਜਗ੍ਹਾ ਉਹ ਸਿਰਫ ਕੀ ਆ ਵੀ ਉਹਨਾਂ ਐਵੇਂ ਜੋੜਿਆ ਤੇ ਗੱਲਾਂ ਚੱਲ ਪਈਆਂ ਦੇਖਾ ਦੇਖੀ। ਤੇ ਤੁਹਾਨੂੰ ਪਤਾ ਉਹ ਤੱਲਣ ਇੱਕ ਗੁਰਦੁਆਰਾ ਹੈ, ਹਾਲਾਂਕਿ ਉਹ ਕੋਈ ਗੁਰੂ ਦਾ ਇਤਿਹਾਸਕ ਸਥਾਨ ਨਹੀਂ ਹੈ, ਵੈਸੇ ਗੁਰਦੁਆਰਾ, ਉੱਥੇ ਚੱਲ ਪਿਆ ਕੰਮ। ਤੇ ਉਹ ਜਦੋਂ ਫਿਰ ਹੁਣ ਬੰਦ ਕੀਤਾ ਨਾ, ਇਹ ਬੇਨਤੀ ਇਹ ਤਾਂ ਗਲਤੋਂ ਕੰਮ ਸ਼ੁਰੂਆਤ ਹੋਈ, ਬੰਦ ਕਰਤਾ, ਚਲੋ ਚੰਗੀ ਗੱਲ ਹੈ। ਉਹ ਦੁਕਾਨਾਂ ਵਾਲੇ ਪਿੱਟਣ ਲੱਗ ਗਏ, ਜਿਹੜਾ ਕੋਈ ਨਾ ਰਹਿਤ ਨਾ ਬਹਿਤ ਨਾ ਲੈਣਾ ਨਾ ਦੇਣਾ, ਉੱਥੇ ਲਾਈਆਂ ਦੁਕਾਨਾਂ। ਇਹ ਜੀ ਸਾਡਾ ਰੁਜ਼ਗਾਰ ਮਾਰਤਾ। ਲੈ ਦੱਸੋ, ਦਿਹਾੜੀ ਕਰ ਲਓ ਭਾਈ ਫਿਰ ਤੁਸੀਂ। ਇਹ ਗੁਰੂ ਦੇ ਨਾਲ ਪਖੰਡ ਨਾਲ ਹੀ ਤੁਸੀਂ ਜੋ ਚੱਲ ਗਿਆ। ਉਹ ਉਲਟਾ ਕਹੀ ਜਾਣ ਇਹ ਤਾਂ ਸ਼੍ਰੋਮਣੀ ਕਮੇਟੀ ਨੇ ਗਲਤ ਕਰਤਾ। ਸਾਡੇ ਬੱਚੇ ਪਲਦੇ ਸੀ ਇਹਨਾਂ ਨੇ, ਸਾਡੇ ਜਹਾਜ਼ ਵਿਕੀ ਜਾਂਦੇ ਸੀ। ਇਹੋ ਜਿਹਾ ਕੁਝ ਚੱਲਦਾ। ਹੁਣ ਜਹਾਜ਼ ਕਿਹੜਾ, ਉੱਥੇ ਉਹਨਾਂ ਦੀ ਕੋਈ ਦਾਲ ਬਣਨੀ ਹੈ। ਗੁਰਦੁਆਰੇ ਵਾਲੇ ਚੱਕ ਕੇ ਫਿਰ ਦੁਕਾਨਾਂ ਵਾਲੇ ਦਿੰਦੇ, ਅੱਧ ਰੇਟ ਤੇ ਲੈ ਕੇ ਫਿਰ ਗਾਹਾਂ ਦੇਈ ਜਾਂਦੇ। ਹੁਣ ਜਾਂ ਤਾਂ ਹੋਵੇ ਉਹਦਾ ਕੋਈ ਬਣਦਾ ਹੋਵੇ ਲੰਗਰ 'ਚ ਵੀ ਚਲੋ ਸੰਗਤ ਨੂੰ ਛਕਾ ਦੇਣਗੇ, ਹੁਣ ਉਹਦਾ ਕੁਛ ਨਹੀਂ। ਇਹੋ ਜਿਹਾ ਕੁਛ ਗੁਰਮੁਖੋ ਜਿਹੜਾ ਹੈ ਨਾ, ਇਹ ਕਈ ਜਗ੍ਹਾ ਤੇ ਇਹੋ ਜਿਹੇ ਪਖੰਡ ਚੱਲੇ ਹੋਏ ਆ। ਇਹਨੂੰ ਆਪਾਂ ਭਰਮ 'ਚ ਨਹੀਂ ਪੈਣਾ। ਸਿੱਖ ਨਹੀਂ ਕਦੇ ਭਰਮ 'ਚ ਪੈਂਦਾ। ਜਾਓ ਕਿਸੇ ਵੀ ਸਥਾਨ ਤੇ, ਗੁਰੂ ਕਾ ਸਥਾਨ ਹੈ, ਉਹਦੇ ਤੇ ਜਾਣਾ, ਉੱਥੋਂ ਦੇ ਇਤਿਹਾਸ ਨਾਲ ਜੁੜ ਕੇ ਗੁਰੂ ਦੇ ਨਾਲ ਜੁੜਨਾ। ਤੇ ਜੇ ਹੁਣ ਅਸੀਂ ਐਵੇਂ ਫੈਸ਼ਨ ਪ੍ਰਸਤੀ ਜਾਂ ਅਸੀਂ ਪਿਕਨਿਕਾਂ ਜਿਹੜੀਆਂ ਬਣਾਈਆਂ ਹੋਈਆਂ, ਇਹਦਾ ਕੋਈ ਜੀਵਨ ਤੇ ਅਸਰ ਨਹੀਂ। ਇਹ ਐਵੇਂ ਬਸ ਘੁੰਮਣ ਘੇਰੀਆਂ ਬਣਾਈਆਂ ਸਾਡੀਆਂ। ਸਤਸੰਗ ਵਿੱਚ ਕਈਆਂ ਨੂੰ ਕਹਿ ਦਈਏ ਵੀ 10 ਮਿੰਟ ਆ ਕੇ ਬਹਿ ਜਾਓ, ਬਹਿਣਾ ਨਹੀਂ। ਚਾਹੇ ਕਿਤੇ ਉਧਰ ਨੂੰ ਝੋਲਾ ਚੱਕਿਆ, ਕਿਤੇ ਉਧਰ ਨੂੰ। ਤੇ ਜੀਵਨ ਦੇਖ ਲਓ ਫਿਰ ਕੀ ਆ, ਕੋਈ ਬਦਲਿਆ ਜੀਵਨ? ਜਾਤਾ ਹੋਵੇ ਵੀ ਜੀਵਨ ਬਦਲ ਗਿਆ ਭਾਈ, ਗੁਰੂ ਮਹਾਰਾਜ ਦੇ ਦਰ ਘਰ ਨਾਲ ਜੁੜ ਗਿਆ। ਇਹ ਇਹਦੇ ਜਾਏ ਦਾ ਫਾਇਦਾ ਹੈ ਕਿ ਕੋਈ ਤਰੱਕੀ ਵੀ ਹੋਵੇ ਜੀਵਨ ਦੇ ਵਿੱਚ, ਫੇਰ ਹੈ। ਤੇ ਹੁਣ ਇਹ ਖਤਮ ਹੋ ਗਿਆ ਕੰਮ। ਹੁਣ ਦੁਨੀਆ ਨੇ ਭਾਈ ਇਹੋ ਜਿਹਾ ਕੁਛ ਬਣਾਇਆ ਹੋਇਆ। ਤੇ ਗੱਲ ਚੱਲ ਰਹੀ ਸੀ ਕਿ ਇੱਥੇ ਬਹੁਤ ਨੇ ਇਸ ਤਰ੍ਹਾਂ। ਹੁਣ ਉਹ ਅਸਰ ਕੋਈ ਨਹੀਂ। ਕਹਿਣ ਦਾ ਭਾਵ ਇਹ ਹੈ, ਜੋ ਪੰਡਤ ਪਠ ਵਿਦਿਆ ਘਨੀ, ਗੱਲ ਆਪਣੀ ਇੱਥੋਂ ਚੱਲੀ ਸੀ। ਬਹੁਤ ਵਿਦਿਆ ਪੜ੍ਹ ਲਈ, ਗ੍ਰੰਥ ਪੜ੍ਹ ਲਏ, ਜੀਵਨ ਦੇ ਵਿੱਚ ਉਹ ਤੱਤ ਕੋਈ ਨਹੀਂ ਹੈ। ਤੇ ਜਿਨ੍ਹਾਂ ਨੇ ਦੇਖੋ ਕਮਾਈਆਂ ਕੀਤੀਆਂ, ਉਹ ਸਾਧੂ ਇਹੋ ਜਿਹੇ ਵੀ ਦੁਨੀਆ ਤੇ ਹੋਏ ਜਿਨ੍ਹਾਂ ਕੋਈ ਬਹੁਤਾ ਗੱਲ ਹੀ ਨਹੀਂ ਕੀਤੀ। ਹੁਣ ਇਹੋ ਜਿਹੇ ਕਾਰ ਸੇਵਾ ਵਾਲੇ, ਬੰਦਗੀ ਵਾਲੇ ਮਹਾਂਪੁਰਸ਼ ਜਿਨ੍ਹਾਂ ਨੇ ਵੱਡੇ ਵੱਡੇ ਕਾਰਜ ਕਰਤੇ, ਉਹ ਜਗ੍ਹਾ ਵੀ ਗੁਰੂ ਘਰ ਬਣਾਤੇ ਜਿੱਥੇ ਸਿੱਖ ਦਾ ਕੋਈ ਘਰ ਨਹੀਂ ਹੈ। ਤੇ ਦੁਨੀਆ ਨੇ ਢੇਰ ਲਾਤੇ ਮਾਇਆ ਦੇ। ਤੇ ਸੁਣਿਆ ਤੁਸੀਂ, ਬਹੁਤ ਲੰਬੀਆਂ ਲੰਬੀਆਂ ਕਥਾਵਾਂ ਸੁਣਾਉਂਦੇ ਆ, ਜਾਂ ਬਸ 10 ਮਿੰਟ ਸਤਿਨਾਮ ਵਾਹਿਗੁਰੂ ਦਾ ਜਾਪ ਕਰਾਉਣਾ, ਤੇ ਉਹ ਜਾਪ ਵੀ ਅਸਰ ਕਰ ਦਿੰਦਾ। ਇੱਥੇ ਹੁਣ ਵਿਦਵਾਨ ਆ ਜਿਹੜਾ ਮੱਥੇ ਮਾਰਦਾ ਰਹਿ ਜਾਂਦਾ। ਕਾਰਨ ਉਹਦਾ ਇਹੀ ਹੈ ਕਿ ਆਪਦੇ ਜੀਵਨ 'ਚ ਕੋਈ ਕਮਾਈ ਨਹੀਂ ਹੈ। ਗੁਰੂ ਸਾਹਿਬ ਜੀ ਕਹਿੰਦੇ ਐ, ਪੰਡਤ ਜਨੋ ਭਾਈ ਸਿਆਣੇ ਪੁਰਸ਼ੋ ਸੁਣ ਲਵੋ, ਜੋ ਪੰਡਤ ਪਠ ਵਿਦਿਆ ਘਨੀ। ਜਿਹੜਾ ਕੋਈ ਪੰਡਤ ਵਿਦਵਾਨ ਬਹੁਤ ਜ਼ਿਆਦੇ ਗ੍ਰੰਥਾਂ ਦੀ ਵਿਦਿਆ ਉਸਨੇ ਪੜ੍ਹ ਲਈ, ਗਿਆਨ ਬਿਹੂਨੇ ਮੁਖ ਤੇ ਭਨੀ। ਹੁਣ ਉਹ ਅੰਤਰੀਵ ਗਿਆਨ, ਬ੍ਰਹਮ ਗਿਆਨ ਤੋਂ ਖਾਲੀ ਹੈ। ਸਿਰਫ ਉਹਨੇ ਮੁਖ ਤੋਂ ਵਿਦਿਆ ਜਿਹੜੀ ਹੈ ਉਹ ਕਹਿਣੀ ਸ਼ੁਰੂ ਕਰਤੀ। ਵਿਦਿਆ ਵਿਦਵਾਨੀ ਦੇ ਪ੍ਰਭਾਵ ਹੇਠ ਵਿਚਾਰ ਦੇਣੇ ਤੇ ਸ਼ੁਰੂ ਕਰ ਦਿੱਤੇ। ਸਰਗੁਣ ਪੂਜਾ ਧਰਹਿ ਵਸੇਖੀ। ਤੇ ਅੰਤਰੀਵ ਨਿਰਾਕਾਰ ਦਾ ਕੋਈ ਗਿਆਨ ਨਹੀਂ। ਉਹ ਸਰਗੁਣ ਦੀ ਪੂਜਾ ਨੂੰ ਵਿਸ਼ੇਸ਼ ਰੂਪ ਦੇ ਵਿੱਚ ਧਾਰਨ ਕਰ ਲੈਂਦਾ ਹੈ। ਤੇ ਸਰਗੁਣ ਸਾਰਾ ਦੱਸਦਾ, ਲੈ ਆਓ ਇੰਨੇ ਵਜੇ ਤੋਂ ਸ਼ੁਰੂ ਕਰਕੇ ਇੰਨੇ ਵਜੇ ਤਾਈਂ ਸੰਧਿਆ ਤੱਕ ਆ ਕਰਮ ਕਰਨੇ ਨੇ, ਇਉਂ ਇਸ ਦੀ ਠਾਕੁਰ ਦੀ ਪੂਜਾ ਕਰਨੀ ਹੈ।
ਮਹਾਰਾਜ ਜੀ ਕਹਿਣ ਲੱਗੇ ਕਿ ਇਹੋ ਜਿਹਾ ਭਾਈ ਸਰਗੁਣ ਦੀ ਪੂਜਾ ਨੂੰ ਵਿਸ਼ੇਸ਼ ਤੌਰ ਤੇ ਧਾਰਦਾ ਜਦ ਸੰਤਨ ਸੰਗ ਕਮਾਵੇ ਦੁਖੀ। ਪਰ ਜਿਹੜੇ ਸੰਤ ਪੁਰਸ਼ ਹੈ ਗੁਰਮੁਖ ਨੇ ਉਹਨਾਂ ਨਾਲ ਦ્વੈਸ਼ ਈਰਖਾ ਕਮਾਉਂਦਾ ਹੈ। ਕਹੇ ਸ਼ਬਦ ਤਿਨ ਕੇ ਪਰਥਾਏ। ਇਹ ਸ਼ਬਦ ਫਿਰ ਉਹਨਾਂ ਦੇ ਪਰਥਾਏ ਕਿਹਾ ਵੀ ਪਾਂਡੇ ਤੁਮਰਾ ਰਾਮਚੰਦ ਸੋ ਭੀ ਆਵਤ ਦੇਖਿਆ ਥਾ। ਇਹ ਉਹਨਾਂ ਭੇਖੀਆਂ ਨੂੰ ਕਿਹਾ ਉਹ ਪਾਂਡਿਓ ਸਿਰਫ ਤੁਸੀਂ ਵਿਦਿਆ ਪੜ੍ਹ ਲਈ, ਉਹ ਅਨੁਭਵ ਤਾਂ ਨਹੀਂ ਕੀਤਾ ਰਾਮ ਨੂੰ ਜੀਵਨ ਦੇ ਵਿੱਚ। ਸਿਰਫ ਉਹਦੇ ਸਰਗੁਣ ਅਵਤਾਰ ਦੇ ਸਰਗੁਣ ਉਹਦੀ ਮੂਰਤੀ ਦੇ ਰੂਪ ਵਿੱਚ ਉਹਨੂੰ ਉਕਰ ਕੇ ਸਿਰਫ ਉਸੇ ਦੀ ਬਾਹਰੀ ਪੂਜਾ ਤੇ ਲੱਗੇ ਹੋਏ ਹੋ। ਜਿਹੜਾ ਰਮਿਆ ਹੋਇਆ ਰਾਮ ਰੂਪ ਸਾਰਿਆਂ ਵਿੱਚ ਉਹਨੂੰ ਅਨੁਭਵ ਦਾ ਕੋਈ ਨਹੀਂ ਹੈ। ਕਹੇ ਸ਼ਬਦ ਤਿਨ ਕੇ ਪਰਥਾਏ। ਮਹਾਰਾਜ ਕਹਿੰਦੇ ਭਗਤ ਨਾਮਦੇਵ ਜੀ ਨੇ ਭਾਈ ਕਿ ਉਹਨਾਂ ਦੇ ਪਰਥਾਏ ਸ਼ਬਦ ਕਿਹਾ ਸਾਗੁਣ ਨਿਗੁਣ ਜੇ ਪੱਖ ਬੰਧਾਏ। ਜੋ ਸਰਗੁਣ ਤੇ ਨਿਰਗੁਣ ਦੇ ਜਿਹੜੇ ਪੱਖ ਬੰਦੇ ਹਨ। ਧਰਮ ਸਰੀਰ ਧਰਨ ਕੋਏਹੀ। ਜਿਹੜਾ ਭਾਈ ਆ ਸਰੀਰ ਹੈ ਧਰਮ ਨੂੰ ਧਾਰਨ ਵਾਸਤੇ ਹੈ। ਦੁੱਖ ਸੁੱਖ ਪ੍ਰਾਪਤ ਹੋਣ ਅਛੇਹੀ। ਤੇ ਜਦੋਂ ਇਹਦੇ ਵਿੱਚ ਹੁਣ ਸਰੀਰ ਧਾਰ ਲਿਆ ਦੁੱਖ ਵੀ ਮਿਲਣੇ ਆ ਸੁੱਖ ਵੀ ਮਿਲਣੇ ਹੈ ਹੁੰਦੇ ਨੇ ਤਾਂ ਅਛੇ ਹੀ ਰਹਿਣਾ ਛੋਹ ਤੋਂ ਰਹਿਤ ਰਹਿਣਾ ਹੈ। ਗਿਆਨੀ ਤਨ ਕੋ ਝੂਠ ਲਖੰਤੇ। ਜਿਹੜੇ ਫਿਰ ਅੰਤਰੀਵ ਗਿਆਨੀ ਹੈ ਜਿਨ੍ਹਾਂ ਨੂੰ ਅੰਤਰੀਵ ਦਾ ਗਿਆਨ ਆ ਗਿਆ ਉਹ ਇਸ ਸਰੀਰ ਤੋਂ ਨੂੰ ਝੂਠਾ ਜਾਣਦੇ ਹਨ। ਤੇ ਸਮ ਦੁੱਖ ਸੁੱਖ ਕੂਰ ਜਨੰਤੇ। ਉਹ ਫਿਰ ਦੁੱਖਾਂ ਤੇ ਸੁੱਖਾਂ ਨੂੰ ਭਾਈ ਬਰਾਬਰ ਜਾਣ ਕੇ ਝੂਠੇ ਹੀ ਜਾਣਦੇ ਨੇ ਵੀ ਜਿਹੜੇ ਦੁਨਿਆਵੀ ਸੁੱਖ ਵੀ ਮਿਲ ਗਏ ਚਾਹੇ ਦੁੱਖ ਹੈ ਇਹ ਬਰਾਬਰ ਹੀ ਹੈ ਝੂਠ ਹਨ ਮਿਥਿਆ ਨੇ। ਇੱਕ ਉਪਾਸ਼ ਕੀ ਲੱਖ ਕੇ ਹੋਏ। ਫਿਰ ਉਹ ਇਹ ਜਾਣ ਕਰਕੇ ਇੱਕ ਦੇ ਉਪਾਸ਼ਕ ਹੋ ਗਏ। ਇੱਕ ਬ੍ਰਹਮ ਦੀ ਉਪਾਸਨਾ ਕਰਨ ਲੱਗ ਪਏ। ਵਾਚ ਉਪਾਸ਼ਕ ਲਖੀਅਤ ਸੋਏ। ਉਹਨਾਂ ਨੂੰ ਭਾਈਓ ਇੱਕ ਦੇ ਉਪਾਸ਼ਕ ਕਿਹਾ ਜਾਂਦਾ। ਉਹ ਬ੍ਰਹਮ ਦੇ ਉਪਾਸ਼ਕ ਜਾਣੇ ਜਾਂਦੇ ਹਨ। ਜਿਨਹੋਂ ਲੱਖ ਕੀ ਕੀਨ ਉਪਾਸਨ। ਇਸ ਤਰ੍ਹਾਂ ਜਿਨ੍ਹਾਂ ਨੇ ਉਸ ਲਖਿਅਤ ਅਲੱਖ ਸਰੂਪ ਦੀ ਉਪਾਸਨਾ ਕੀਤੀ। ਇੱਕ ਸਮ ਸਤਾ ਸਭਨ ਮਹਿ ਭਾਸਨ। ਤਾਂ ਗਿਆਨ ਹੋ ਗਿਆ ਕਿ ਉਹਦੀ ਹੋਈ ਸੱਤਾ ਸ਼ਕਤੀ ਹੈ ਜੋ ਸਾਰਿਆਂ ਦੇ ਵਿੱਚ ਹੈ ਉਹ ਇੱਕ ਸਮ ਉਹਨਾਂ ਨੂੰ ਭਾਸਦੀ ਹੈ। ਰਾਮਿਓ ਅਕਾਲ ਪੁਰਖ ਸਭ ਮਾਹੀ। ਐ ਪੰਡਤ ਜਨੋਂ ਵਿਦਵਾਨੋਂ ਗੁਰੂ ਅਰਜਨ ਦੇ ਪਾਤਸ਼ਾਹ ਕਹਿੰਦੇ ਜੋ ਅਕਾਲ ਪੁਰਖ ਹੈ ਉਹ ਸਾਰੀਆਂ ਜਗ੍ਹਾ ਤੇ ਰਮਿਆ ਸਭ ਦੇ ਵਿੱਚ ਹੈ। ਸੋ ਕਿਹ ਸੰਗ ਬੈਰ ਧਰ ਨਾਹੀ। ਇਹ ਜਿਨ੍ਹਾਂ ਨੂੰ ਅਨੁਭਵ ਹੋ ਗਿਆ ਨਾ ਹੁਣ ਇੱਥੇ ਆਪਾਂ ਸਾਰੇ ਕਹੀ ਤਾਂ ਜਾਂਦੇ ਆ ਸਭ ਵਿੱਚ ਰੱਬ ਵਸਦਾ ਪਰ ਆਪਾਂ ਆ ਮੇਰਾ ਪਰਾਇਆ ਆ ਇਹਨਾਂ ਮੇਰਾ ਵੈਰ ਹੈ ਇਹਨਾਂ ਮੇਰੀ ਬਣਦੀ ਹੈ ਇਹਨਾਂ ਨਹੀਂ ਬਣਦੀ ਇਹ ਚਾਹੇ ਮੈਂ ਚਾਹੇ ਤੁਸੀਂ ਹੋ ਤਾਂ ਇਹਦਾ ਮਤਲਬ ਅਜੇ ਅਸੀਂ ਉਸ ਇੱਕ ਨੂੰ ਅਨੁਭਵ ਨਹੀਂ ਕੀਤਾ ਸਿਰਫ ਜਾਣਕਾਰੀ ਹੋਈ ਹੈ ਕਿ ਵਸ ਰਿਹਾ ਸਾਰਿਆਂ 'ਚ ਪਰ ਅਨੁਭਵ ਤਾਂ ਕੋਈ ਨਹੀਂ ਕਿ ਵਾਕਈ ਵਸਦਾ ਜਾਣਕਾਰੀ ਮਿਲ ਗਈ। ਜਿਨ੍ਹਾਂ ਨੂੰ ਮਹਾਰਾਜ ਕਹਿੰਦੇ ਅਨੁਭਵਤਾ ਹੋ ਗਈ ਸੋ ਕਿਹ ਸੰਗ ਬੈਰ ਧਰਨਾ ਉਹ ਕਿਸੇ ਦੇ ਨਾਲ ਫਿਰ ਵੈਰ ਨਹੀਂ ਧਾਰਦੇ। ਵਾਚ ਉਪਾਸ਼ਕ ਜੇ ਨਰ ਹੈ। ਇਸ ਤਰ੍ਹਾਂ ਜਿਹੜੇ ਸਰਗੁਣ ਦੇ ਨੇ ਵਾਚ ਉਪਾਸ਼ਕ ਹਨ ਜੋ ਐਸੇ ਪ੍ਰਾਣੀ ਸਿਮਰੈ ਹੈ ਕ੍ਰਿਸ਼ਨ ਰਾਮ ਘਟ ਕਹੈ। ਤੇ ਉਹ ਫਿਰ ਦੇਖੋ ਕ੍ਰਿਸ਼ਨ ਨੂੰ ਰਾਮ ਨੂੰ ਸਿਮਰਦੇ ਹਨ ਘਟ ਕਹੈ। ਉਹ ਕਹਿੰਦੇ ਆ ਕਿ ਸਾਰੇ ਹਿਰਦੇ ਵਿੱਚ ਇਹੀ ਬਸਦੇ ਨੇ ਰਾਮ ਉਪਾਸਨ ਕਰਨੇ ਹਾਰੇ। ਜਾਂ ਕਹੀਏ ਵੀ ਸਿਮਰਹਿ ਕ੍ਰਿਸ਼ਨ ਰਾਮ ਘਟ ਜਿਹੜੇ ਕ੍ਰਿਸ਼ਨ ਨੂੰ ਸਿਮਰਨ ਵਾਲੇ ਆ ਉਹ ਕਹਿੰਦੇ ਨਹੀਂ ਜੋ ਰਾਮਚੰਦਰ ਜੀ ਉਹ ਘਟ ਸਨ ਕ੍ਰਿਸ਼ਨ ਜੀ ਮਹਾਨ ਹੈ। ਰਾਮ ਉਪਾਸਨ ਕਰਨੇ ਹਾਰੇ ਜਿਹੜੇ ਰਾਮ ਜੀ ਉਪਾਸਨਾ ਕਰਨ ਵਾਲੇ ਹਨ
ਕ੍ਰਿਸ਼ਨ ਬਿਖੈ ਸੋ ਦੋਸ਼ ਉਚਾਰੈ। ਉਹ ਕ੍ਰਿਸ਼ਨ ਜੀ ਦੇ ਵਿੱਚ ਦੋਸ਼ ਦਿੰਦੇ ਨਹੀਂ, ਉਹਨਾਂ ਉਹ ਅਵਤਾਰ ਵਿੱਚ ਕਮੀ ਸੀ, ਇਹ ਪੂਰਨ ਹਨ। ਇਤ ਆਦਿਕ ਬਹੁ ਤਰਕ ਉਠਾਵੇ। ਇਸ ਤਰ੍ਹਾਂ ਦੇ ਮਹਾਰਾਜ ਕਹਿੰਦੇ ਫਿਰ ਉਹ ਬਹੁਤ ਤਰਕ ਕਰਦੇ ਹਨ। ਲੱਖ ਰੂਪ ਕੋ ਭੇਦ ਨ ਪਾਵੇ। ਜੋ ਅਲਖ ਸਰੂਪ ਬ੍ਰਹਮ ਹੈ ਪਰਮੇਸ਼ਰ, ਉਸ ਸਰੂਪ ਦਾ ਭੇਦ ਨਹੀਂ ਪਾਉਂਦੇ। ਜਾਂ ਤੇ ਲਖੈ ਉਪਾਸ਼ਕ ਬਨੋ। ਇਸ ਕਰਕੇ ਭਾਈ ਉਸ ਅਲਖ ਸਰੂਪ ਬ੍ਰਹਮ ਦੇ ਉਪਾਸ਼ਕ ਬਣੋ। ਹੋਏ ਨਿਰਵੈਰ ਵਿਕਾਰਨ ਹਨੋ। ਤੇ ਅੰਦਰੋਂ ਨਿਰਵੈਰ ਹੋ ਕੇ ਆਪਣੇ ਵਿਕਾਰਾਂ ਦਾ ਨਾਸ਼ ਕਰ ਦੇਵੋ। ਸੁਨ ਸਤ ਗੁਰ ਤੇ ਸੰਸੈ ਖੋਏ। ਇਹ ਜਦੋਂ ਸੁਣਿਆ ਉਪਦੇਸ਼ ਤਾਂ ਇਹਨਾਂ ਭਾਈ ਬ੍ਰਾਹਮਣ ਜਨਾਂ ਨੇ ਗੁਰੂ ਮਹਾਰਾਜ ਤੋਂ ਸੁਣ ਕੇ ਆਪਣਾ ਸੰਸਾ ਖਤਮ ਕਰ ਲਿਆ। ਲਖਿਓ ਸਰੂਪ ਆਪਨੋ ਜੋਏ। ਉਸ ਸਰੂਪ ਨੂੰ ਲਖ ਲਿਆ, ਜਾਣ ਲਿਆ, ਜੋ ਆਪਣਾ ਨਿਜ ਸਵੈ ਸਰੂਪ ਬ੍ਰਹਮ ਹੈ। ਇੱਕ ਦਿਨ ਗੁਰ ਕੀ ਸਭਾ ਮਝਾਰਾ। ਹੁਣ ਅੱਗੇ ਨਵਾਂ ਪ੍ਰਸੰਗ ਦੱਸ ਰਹੇ ਨੇ ਕਿ ਇੱਕ ਦਿਨ ਗੁਰੂ ਮਹਾਰਾਜ ਦੇ ਦੀਵਾਨ ਲੱਗਿਆ, ਸਭਾ ਦੀਵਾਨ ਦੇ ਵਿੱਚ ਚੱਲਿਓ ਪ੍ਰਸੰਗ ਸੋ ਐਸ ਪ੍ਰਕਾਰਾ। ਇਸ ਤਰ੍ਹਾਂ ਦਾ ਪ੍ਰਸੰਗ ਚੱਲਿਆ ਹੈ। ਭਾਣਾ ਮੰਨੈ ਸਿੱਖ ਸੋ ਪੂਰਾ। ਮਹਾਰਾਜ ਕਹਿੰਦੇ ਭਾਈ ਜਿਹੜਾ ਪਰਮੇਸ਼ਰ ਦੇ ਭਾਣੇ ਨੂੰ ਮੰਨਦਾ ਉਹ ਪੂਰਨ ਸਿੱਖ ਹੈ। ਨਾਹੇ ਤਾਂ ਜਾਨੋ ਤਿਸ ਕੋ ਊਰਾ। ਨਹੀਂ ਤਾਂ ਨਹੀਂ ਭਾਣਾ ਮੰਨਦਾ, ਜਾਣ ਲੋ ਵੀ ਅਜੇ ਊਣਾ ਹੈ, ਅਜੇ ਪੂਰਨ ਸਿੱਖ ਨਹੀਂ ਬਣਿਆ। ਗੁਰਮੁਖ ਨਾਮ ਕਹਿਓ ਭਗਵਾਨਾ। ਤਾਂ ਇੱਕ ਭਾਈ ਗੁਰਮੁਖ ਨਾਮ ਦਾ ਸਿੱਖ ਬੈਠਾ ਸੀ, ਉਹਦਾ ਨਾਂ ਸੀ ਭਾਈ ਗੁਰਮੁਖ। ਉਹ ਕਹਿਣ ਲੱਗਿਆ ਵੀ ਇਹ ਭਗਵਾਨ ਸਰੂਪ ਸ੍ਰੀ ਗੁਰੂ ਅਰਜਨ ਦੇਵ ਜੀ, ਸਿੱਖ ਆਸਕੋ ਜੋ ਮਾਨੈ ਭਾਨਾ। ਸਿੱਖ ਆਸਕੋ, ਐਸਾ ਕੌਣ ਸਿੱਖ ਹੈ? ਫਿਰ ਮਹਾਰਾਜ ਦੱਸੋ ਵੀ ਜਿਹੜਾ ਭਾਣਾ ਮੰਨਦਾ ਹੈ। ਸੁਨ ਸ੍ਰੀ ਅਰਜਨ ਗਿਰਾ ਉਚਾਰੀ। ਇਹ ਸੁਣ ਕੇ ਸਤਿਗੁਰਾਂ ਨੇ ਬਚਨ ਉਚਾਰੇ। ਅਹ ਬਹੁਤ ਇੱਕ ਤੁਮੈ ਦਿਖਾਰੀ। ਮਹਾਰਾਜ ਕਹਿੰਦੇ ਭਾਈ ਗੁਰਮੁਖ ਹੈ ਤਾਂ ਭਾਈ ਬਹੁਤ ਨੇ ਭਾਣਾ ਮੰਨਣ ਵਾਲੇ, ਚੱਲ ਇੱਕ ਤੈਨੂੰ ਦਿਖਾ ਦਿੰਦੇ ਹਾਂ। ਪੁਰ ਗੁਜਰਾਤ ਬਿਖੈ ਤੁਮ ਜਾਵੋ। ਤੂੰ ਗੁਜਰਾਤ ਪੁਰੀ ਦੇ ਵਿੱਚ ਨਗਰ ਵਿੱਚ ਚਲਿਆ ਜਾ। ਗੁਜਰਾਤ ਪਾਕਿਸਤਾਨ ਦਾ ਇਹ ਜ਼ਿਲ੍ਹਾ ਹੈ। ਸਿੱਖ ਭਿਖਾਰੀ ਦਰਸ਼ਨ ਪਾਵੋ। ਉੱਥੇ ਸਾਡਾ ਭਾਈ ਭਿਖਾਰੀ ਨਾਮ ਦਾ ਇੱਕ ਸਿੱਖ ਰਹਿੰਦਾ, ਜਾਂ ਉਹਦੇ ਦਰਸ਼ਨ ਕਰ ਜਾ ਕੇ। ਸੁਨ ਗੁਰ ਤੇ ਗੁਰਮੁਖ ਚੱਲ ਪਰਾ। ਕਿਉਂਕਿ ਹੁਣ ਜੇ ਮਹਾਰਾਜ ਉਹ ਕਹਿੰਦੇ ਵੀ ਉਹ ਵੀ ਮੰਨਦਾ, ਭਾਣਾ ਵੀ ਮੰਨਦਾ, ਉਹਨੇ ਕਹਿਣਾ ਹੀ ਮਹਾਰਾਜ ਵੀ ਸਾਨੂੰ ਸਮਝ ਕਿਵੇਂ ਲੱਗੇ ਵਾਕਈ ਭਾਣਾ ਮੰਨਦੇ ਆ। ਹੁਣ ਉਹਦੇ ਘਰ ਭਾਈ ਭਿਖਾਰੀ ਦੇ ਘਰ ਉਹ ਵਰਤਾਵਾ ਵਰਤਣਾ ਸੀ, ਇਸ ਕਰਕੇ ਮਹਾਰਾਜ ਕਹਿੰਦੇ ਗੁਜਰਾਤ ਚਲਿਆ ਜਾ। ਉੱਥੇ ਇੱਕ ਸਾਡਾ ਸਿੱਖ ਭਾਈ ਭਿਖਾਰੀ ਹੈ, ਉਹਦੇ ਦਰਸ਼ਨ ਕਰ ਜਾ ਕੇ। ਸੁਣ ਗੁਰ ਤੇ ਗੁਰਮੁਖ ਚੱਲ ਪਰਾ। ਇਹ ਸੁਣ ਕਰਕੇ ਗੁਰੂ ਸਾਹਿਬ ਤੋਂ ਜਿਹੜਾ ਗੁਰਮੁਖ ਨਾਮ ਦਾ ਸਿੱਖ ਸੀ, ਉਹ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਚੱਲ ਪਿਆ। ਮਾਰਗ ਵਿਖੇ ਵਿਚਾਰਨ ਕਰਾ। ਤੇ ਰਸਤੇ ਵਿੱਚ ਇਸ ਗੱਲ ਦੀ ਵਿਚਾਰ ਕਰਦਾ ਹੈ। ਪ੍ਰਭ ਭਾਣਾ ਕਿਮ ਮਾਨਤ ਰਹਿ। ਵੀ ਭਾਣਾ ਜਿਹੜਾ ਹੈ ਪਰਮੇਸ਼ਰ ਦਾ, ਉਹ ਕਿਵੇਂ ਮੰਨਦਾ ਹੋ, ਕਿਸ ਤਰ੍ਹਾਂ ਮੰਨਦੇ ਹਨ। ਕਹਾਂ ਕ੍ਰਿਤ ਕਰ ਬਿਤ ਘੋਲ ਹੈ। ਕਿਹੋ ਜੀ ਉਹ ਕਿਰਤ ਕਰਦੇ ਹੈ, ਕੀ ਉਹ ਬਿਤ ਜਿਹੜਾ ਉਹਦਾ ਲਾਭ ਲੈਂਦੇ ਹਨ। ਮਗ ਉਹ ਲੰਘ ਪਹੁੰਚੋ ਗੁਜਰਾਤ। ਰਸਤਾ ਲੰਘਿਆ, ਗੁਜਰਾਤ ਸ਼ਹਿਰ ਪਹੁੰਚ ਗਿਆ। ਨਾਮ ਭਿਖਾਰੀ ਪੁੱਛੋ ਜਾਤ।
ਇਹਨੇ ਜਾ ਕੇ ਭਾਈ ਭਿਖਾਰੀ ਦਾ ਨਾਮ ਘਰ ਪੁੱਛਿਆ ਹੈ। ਗ੍ਰਹਿ ਮਹਿ ਗਇਓ ਸੁਮੰਗਲ ਹੇਰਾ। ਜਦੋਂ ਉਹਦੇ ਘਰ ਗਿਆ, ਉਹਦੇ ਘਰ ਦੇਖਿਆ ਬੜੀਆਂ ਖੁਸ਼ੀਆਂ ਹੋ ਰਹੀਆਂ। ਗਾਵੇ ਤ੍ਰੀਏ ਵਿਆਹ ਸੁਤ ਕੇਰਾ। ਉਹ ਭਾਈ ਭਿਖਾਰੀ ਜੀ ਦੇ ਪੁੱਤਰ ਦਾ ਵਿਆਹ ਹੈ। ਬੀਬੀਆਂ ਗੀਤ ਗਾਉਂਦੀਆਂ ਹਨ। ਆਵਤ ਦੇਖਿਓ ਸਿੱਖ ਭਿਖਾਰੀ। ਭਾਈ ਭਿਖਾਰੀ ਜੀ ਨੇ ਦੇਖਿਆ ਵੀ ਕੋਈ ਗੁਰਸਿੱਖ ਆਇਆ ਹੈ। ਬੰਧਨ ਕੀਨ ਸਿਆਦਰ ਭਾਰੀ। ਸਭ ਤੋਂ ਪਹਿਲਾਂ ਤੇ ਬੰਦਨਾ ਕੀਤੀ ਗੁਰੂ ਅਰਜਨ ਦੇ ਪਾਤਸ਼ਾਹ ਕੋਲੋਂ ਆਇਆ ਤੇ ਬਹੁਤ ਸਤਿਕਾਰ ਕੀਤਾ। ਲਖਿਓ ਭਿਖਾਰੀ ਨੇ ਮਨ ਤਾਹੂ। ਇਉਂ ਭਾਈ ਭਿਖਾਰੀ ਜੀ ਨੇ ਉਹਦੇ ਮਨ ਦਾ ਸਾਰਾ ਜਾਣ ਲਿਆ। ਉੱਠਿਓ ਪਕੜ ਕੇ ਬਿਸ ਕੀ ਬਾਹੂ। ਤੇ ਉਹ ਭਾਈ ਜਿਹੜਾ ਪਲੰਗ ਸੀ ਉਹਦਾ ਬਾਹੂ ਫੜ ਕੇ ਉੱਠਿਆ ਹੈ। ਬਿਸ ਕੀ ਬਾਹੂ ਜੋ ਉੱਥੋਂ ਜਾਂ ਉਹ ਭਾਈ ਗੁਰਮੁਖ ਦੇ ਬਾਂਹ ਫੜੀ ਹੈ, ਉੱਠਿਆ ਹੈ। ਸੌਜ ਵਿਆਹ ਕੀ ਕਰੀ ਦਿਖਾਵਨ। ਦੱਸ ਦਿੱਤਾ ਵੀ ਲੜਕੇ ਦਾ ਪੁੱਤਰ ਦਾ ਵਿਆਹ ਹੈ, ਸਾਰਾ ਕੁਝ ਚੱਲ ਰਿਹਾ। ਦਿਖਾਉਣ ਲੱਗ ਗਿਆ, ਦੇਖੋ ਵਿਆਹ ਦੀ ਸਾਜ ਸਮੱਗਰੀ ਜਿੰਨੀ ਹੈ ਉਹ ਦਿਖਾਉਂਦਾ ਹੈ। ਅਸਨ ਬਸਨ ਭੂਖਨ ਜੋ ਸੁਹਾਵਨ। ਬਸਤਰ ਹੈ, ਭੋਜਨ ਹੈ, ਗਹਿਣੇ ਨੇ ਜੋ ਸ਼ੋਭਾ ਵਾਲੇ ਹਨ। ਆਗੇ ਮ੍ਰਿਤਕ ਹਿਤ ਕੀ ਤਿਆਰੀ। ਇੱਕ ਪਾਸੇ ਉਹ ਸਮਾਨ ਵੀ ਵੇਖਿਆ ਵੀ ਜਿਹੜਾ ਕਿਸੇ ਮ੍ਰਿਤਕ ਪ੍ਰਾਣੀ ਦੇ ਸੰਸਕਾਰ ਵਾਸਤੇ ਜਿੰਨਾ ਚਾਹੀਦਾ ਉਹ ਵੀ ਸਾਰੀ ਤਿਆਰੀ ਹੋਈ ਪਈ ਹੈ। ਖਪਨ ਰੋ ਸੀੜੀ ਧਰੀ ਸੁਧਾਰੀ। ਕਫਨੀ ਪਈ ਹੈ, ਸੀੜੀ ਬਣਾ ਕੇ ਰੱਖੀ ਪਈ ਹੈ ਸੁਧਾਰ ਕੇ। ਗੁਰਮੁਖ ਬਿਸਮਤ ਭੂਜਨ ਕਰਿਓ। ਭਾਈ ਗੁਰਮੁਖ ਹੈਰਾਨ ਹੋਇਆ ਤੇ ਪੁੱਛਦਾ ਹੈ, ਇਹ ਸਮਾਜ ਕਿਤ ਕਾਰਨ ਧਰਿਓ। ਵੀ ਚਲੋ ਬਾਕੀ ਤਾਂ ਵਿਆਹ ਹੈ, ਉਹ ਸਮਾਨ ਤਾਂ ਬਣਦਾ ਹੈ, ਆਹ ਤਾਂ ਭੋਗ ਜਿਹੜਾ ਸੰਸਕਾਰ ਦਾ ਸਮਾਨ ਹੈ ਇਹ ਕਾਹਦੇ ਵਾਸਤੇ ਬਣਾ ਕੇ ਧਰਿਆ ਹੈ। ਕਹਿਓ ਭਿਖਾਰੀ ਫੇਰ ਬਤਾਵੇ। ਭਾਈ ਭਿਖਾਰੀ ਜੀ ਕਹਿੰਦੇ ਕੋਈ ਨਹੀਂ, ਫੇਰ ਤੈਨੂੰ ਫੇਰ ਦੱਸ ਦੇਵਾਂਗੇ। ਜਸ ਸਮਾਜ ਇਹੋ ਕਾਰਜ ਆਵੇ। ਕਿਉਂਕਿ ਜਿਸ ਤਰ੍ਹਾਂ ਦਾ ਸਮਾਜ ਸਾਜੋ ਸਮਾਨ ਹੈ ਇਹ ਕੰਮ ਆਵੇਗਾ। ਗੁਰਮੁਖ ਬਿਸਮਤ ਔਰ ਮਹਿ ਰਹਿਓ। ਭਾਈ ਗੁਰਮੁਖ ਹੈਰਾਨ ਆਪਣੇ ਮਨ ਦੇ ਵਿੱਚ। ਸਤਿਗੁਰ ਨੇ ਇਸ ਕੋ ਜਸ ਕਹਿਓ। ਵੀ ਕਿੱਥੇ ਭੇਜਿਆ? ਸਤਿਗੁਰੂ ਮਹਾਰਾਜ ਨੇ ਇਹਦੇ ਬਾਰੇ ਜਿਸ ਤਰ੍ਹਾਂ ਦਾ ਦੱਸਿਆ ਹੈ। ਗ੍ਰਹਿ ਕੈ ਧੰਤੈ ਪਚੀ ਮਹਾਨ। ਵੀ ਮੈਨੂੰ ਤਾਂ ਕੋਈ ਭਾਣੇ ਵਾਲੀ ਗੱਲ ਲੱਗਦੀ ਨਹੀਂ, ਇਹ ਤਾਂ ਘਰ ਦੇ ਧੰਦਿਆਂ ਵਿੱਚ ਹੀ ਪੂਰਾ ਪਚਿਆ ਪਿਆ ਹੈ। ਕਰੈ ਭਗਤ ਕਿਮ ਮਾਨੈ ਭਾਨਾ। ਕੀ ਇਹ ਭਗਤੀ ਕਰਦਾ ਹੂ? ਕਦੋਂ ਇਹ ਭਾਣਾ ਮੰਨਦਾ? ਕਿਹੜੇ ਭਾਣੇ ਵਾਲੀ ਗਾ ਬਾਤ ਹੈ। ਨਿਸ਼ਾ ਭਈ ਕਿਵ ਸੇਵ ਤਿਆ। ਨਿਸ਼ਾ ਭਈ ਕੀ ਸੇਵ ਭਿਖਾਰੀ। ਜਦੋਂ ਰਾਤ ਹੋਈ ਭਾਈ ਭਿਖਾਰੀ ਜੀ ਨੇ ਸੇਵਾ ਕੀਤੀ ਹੈ। ਖਾਨ ਪਾਨ ਦਈ ਸੇਜ ਸੁਖਾਰੀ। ਭਾਈ ਗੁਰਮੁਖ ਨੂੰ ਖਾਣ ਪਾਣ ਅੰਨ ਪਾਣੀ ਛਕਾਇਆ ਔਰ ਸੁਖਦਾਇਕ ਸੇਜਾ ਦਿੱਤੀ ਆਰਾਮ ਦੇ ਵਾਸਤੇ। ਭਈ ਪ੍ਰਾਤ ਤਬ ਚੜੀ ਜਨੇਤ। ਤੇ ਸਵੇਰ ਹੋਈ ਹੈ, ਜਨ ਚੜੀ ਹੈ। ਆਨੰਦ ਵਿਆਹ ਆਨੰਦ ਸਮੇਤ। ਜੋ ਆਨੰਦ ਵਿਆਹ ਹੋਇਆ ਬੜੀਆਂ ਖੁਸ਼ੀਆਂ ਨਾਲ। ਡੋਰਾ ਲਿਆਏ ਹਰਖ ਭੀ ਨਿਸ ਜਬ। ਤੇ ਜਦੋਂ ਖੁਸ਼ੀਆਂ ਦੇ ਨਾਲ ਰਾਤਰੀ ਨੂੰ ਡੋਲਾ ਲਿਆਂਦਾ ਹੈ। ਜਠਰ ਸੂਲ ਤੇ ਪੁੱਤਰ ਮਰਿਓ ਤਬ। ਉਸ ਰਾਤ ਨੂੰ ਜਿਹੜਾ ਪੁੱਤਰ ਸੀ ਭਾਈ ਭਿਖਾਰੀ ਦਾ, ਪੇਟ ਦੇ ਸੂਲ ਦਰਦ ਨਾਲ ਉਸਦੀ ਮੌਤ ਹੋ ਗਈ। ਗਾਵਤ ਹੁਤੀ ਤ੍ਰਿਆ ਸੋ ਰੋਈ। ਜਿਹੜੀਆਂ ਹੁਣ ਤ੍ਰਿਆ ਇਸਤਰੀਆਂ, ਗਾਵਤ ਹੁਤੀ ਤ੍ਰਿਆ ਸੋ ਰੋਈ। ਹਾਂ, ਜਿਹੜੀਆਂ ਇਸਤਰੀਆਂ ਵਿਆਹ ਦੇ ਗੀਤ ਗਾਉਂਦੀਆਂ ਸੀ
ਹੁਣ ਉਹੀ ਰੋਂਦੀਆਂ ਹਨ। ਖਪਨ ਜੋ ਲੀਨ ਭਿਖਾਰੀ ਸੋਈ। ਤੇ ਭਾਈ ਭਿਖਾਰੀ ਨੇ ਉਹ ਸਵੇਰ ਵੇਲੇ ਉਹੀ ਖੱਪਣ ਜਿਹੜਾ ਜਦੋਂ ਪਤਾ ਲੱਗਿਆ ਵੀ ਪੁੱਤਰ ਦੀ ਰਾਤਰੀ ਨੂੰ ਮੌਤ ਹੋ ਗਈ ਹੈ, ਉਸ ਸਮੇਂ ਉਹ ਜਿਹੜਾ ਖੱਪਣੀ ਬਣਾ ਕੇ ਰੱਖੀ ਸੀ ਉਹ ਲੈ ਲਈ। ਤਿਸ ਸੀੜੀ ਪਰ ਪਾਇਓ ਨੰਦ। ਤੇ ਉਹ ਸੀੜੀ ਬਣਾ ਕੇ ਰੱਖੀ ਸੀ, ਉਹਦੇ ਤੇ ਨੰਦ ਕਹੀਏ ਪੁੱਤਰ ਨੂੰ ਪਾ ਲਿਆ। ਦਾਹਾ ਕਰਿਓ ਰਚ ਚਿਤਾ ਬਿਲੰਦ। ਇਉਂ ਭਾਈ ਵੱਡੀ ਚਿਤਾ ਰਚ ਕਰਕੇ ਫਿਰ ਸਾਰੀ ਕਿਰਿਆ ਦਾ ਸੰਸਕਾਰ ਕਰ ਦਿੱਤਾ। ਕੀਰਤਨ ਕਰ ਪ੍ਰਸਾਦ ਵਰਤਾਇਓ। ਕੀਰਤਨ ਕੀਤਾ, ਪਾਠ ਪ੍ਰਸਾਦ ਵਰਤਾ ਦਿੱਤਾ ਹੈ। ਬ੍ਰਿਤ ਜਿਹੇ ਸਮ ਹਟ ਕੈ ਘਰ ਆਇਓ। ਕਹਿੰਦੇ ਬਿਰਤੀ ਉਹੀ ਹੈ। ਭਾਈ ਗੁਰਮੁਖ ਵੇਖਦਾ ਜਿਸ ਤਰ੍ਹਾਂ ਉਹ ਵਿਆਹ 'ਚ ਤੁਰਿਆ ਫਿਰਦਾ ਸੀ ਉਸੇ ਤਰ੍ਹਾਂ ਹੀ ਬਾਕੀ ਕਿਰਿਆ ਕੀਤੀ। ਬ੍ਰਿਤ ਜਿਹੇ ਸਮ, ਜਿਹਦੀ ਬਿਰਤੀ ਸਮ ਹੈ, ਹਟ ਕੇ ਘਰ ਆਇਓ, ਸਾਰਾ ਕਿਰਿਆ ਕਰਕੇ ਘਰ ਆ ਗਿਆ ਹੈ। ਗੁਰਮੁਖ ਕੌਤਕ ਰਹਿਓ ਨਿਹਾਰਤ। ਭਾਈ ਗੁਰਮੁਖ ਇਸ ਕੌਤਕ ਨੂੰ ਵੇਖਦਾ ਹੈ। ਭਾ ਅਚਰਜ ਇਹੋ ਹਿਰਦੈ ਵਿਚਾਰਤ। ਬੜਾ ਹੈਰਾਨ ਜਿਸ ਚਰਜ ਦਾ ਵਿੱਚ ਹੁੰਦਾ, ਭਾਈ ਗੁਰਮੁਖ ਹਿਰਦੇ ਵਿੱਚ ਵਿਚਾਰਦਾ ਹੈ। ਪਿਖ ਨਿਸ ਬਿਖੈ ਇਕਾਂਤ ਭਿਖਾਰੀ। ਫਿਰ ਰਾਤ ਪੈ ਗਈ, ਭਾਈ ਭਿਖਾਰੀ ਜੀ ਇਕਾਂਤ ਬੈਠੇ ਵੇਖ ਕਰਕੇ। ਮਿਲ ਗੁਰਮੁਖ ਤਬ ਗਿਰਾ ਉਚਾਰੀ। ਭਾਈ ਗੁਰਮੁਖ ਕੋਲ ਜਾ ਵੜਿਆ, ਉਹਨੂੰ ਜਾ ਕੇ ਬੇਨਤੀ ਕੀਤੀ। ਸੁਤ ਕੀ ਮ੍ਰਿਤ ਜਾਨਤ ਜੇ ਉਰ ਮੈਂ। ਐ ਭਾਈ ਭਿਖਾਰੀ, ਜੇ ਤੂੰ ਮਨ ਹਿਰਦੇ ਵਿੱਚ ਜਾਣਦਾ ਸੀ ਪੁੱਤਰ ਦੀ ਮੌਤ ਹੋਣੀ ਹੈ, ਨੁਖਾ ਵਿਆਹ ਕਿਉਂ ਆਨੀ ਘਰ ਮੈਂ। ਫਿਰ ਦੱਸ ਨੂੰ ਕਿਉਂ ਵਿਆਹ ਕੇ ਘਰ ਦੇ ਵਿੱਚ ਲਿਆਂਦੀ। ਪੁਨ ਤਬ ਮੈਂ ਜੇ ਸਕਤ ਇਤੀਨ। ਦੂਜਾ ਤੇਰੇ ਅੰਦਰ ਜੇ ਇੰਨੀ ਵੱਡੀ ਸ਼ਕਤੀ ਹੈ, ਤੈਨੂੰ ਭਵਿੱਖ ਦਾ ਪਤਾ ਸੀ। ਸਤਿਗੁਰ ਤੇ ਜਾਚਤ ਹੋਏ ਦੀਨ। ਤਾਂ ਤੂੰ ਦੀਨ ਹੋ ਕੇ ਗੁਰੂ ਸਾਹਿਬ ਕੋਲੋਂ ਮੰਗ ਕਿਉਂ ਨਹੀਂ ਲਈ ਵੀ ਪੁੱਤਰ ਨੂੰ ਹੋਰ ਉਮਰ ਦੇ ਦਿਓ। ਕਿਰਪਾ ਨਿਧਾਨ ਸਿਦਕ ਪਿਖ ਤੇਰਾ। ਉਹ ਕਿਰਪਾ ਨਿਧਾਨ ਨੇ ਗੁਰੂ ਅਰਜਨ ਦੇ ਪਾਤਸ਼ਾਹ ਤੇਰਾ ਸਿਦਕ ਵੇਖ ਕੇ ਪੁੱਤਰ ਜੀਅਤ ਬਰ ਦੇਤ ਅਛੇਰਾ। ਉਹਨਾਂ ਨੇ ਤਾਂ ਤੇਰੇ ਪੁੱਤਰ ਨੂੰ ਜਿਉਂਦੇ ਹੋਣ ਦਾ ਵੱਡਾ ਬਰ ਸ਼ੁਭ ਜਿਹੜਾ ਸੀ ਉਹ ਚੰਗਾ ਬਖਸ਼ਿਸ਼ ਕਰ ਦੇਣਾ ਸੀ। ਇਹੋ ਸੰਸੈ ਮਮ ਹੋਏ ਬਿਸਾਲਾ। ਆ ਮੇਰੇ ਮਨ ਵਿੱਚ ਵੱਡਾ ਸੰਸਾ ਹੋ ਗਿਆ। ਸ਼ਕਤ ਸਹਿਤ ਸਹਿ ਕਸ਼ਟ ਕਰਾਲਾ। ਐਡੀ ਸ਼ਕਤੀ ਦਾ ਤੂੰ ਮਾਲਕ ਹੋਵੇਂ, ਐਡਾ ਵੱਡਾ ਤੂੰ ਕਰਾਲ ਭਿਆਨਕ ਦੁੱਖ ਸਹਿ ਰਿਹਾ। ਸੁਨਤ ਭਿਖਾਰੀ ਗਿਰਾ ਉਚਾਰੀ। ਇਹ ਸੁਣ ਕੇ ਭਾਈ ਭਿਖਾਰੀ ਜੀ ਨੇ ਬੇਨਤੀ ਬਚਨ ਕਹੇ। ਇਹ ਮਨ ਮੁਖ ਕੀ ਰੀਤ ਵਿਚਾਰੀ। ਭਾਈ ਗੁਰਮੁਖ, ਇਹ ਜਿਹੜੀ ਤੂੰ ਗੱਲ ਕਰਦਾ ਹੈ ਨਾ ਇਸ ਤਰ੍ਹਾਂ ਦੀ, ਇਹ ਤਾਂ ਮਨਮੁਖਾਂ ਵਾਲੀ ਰੀਤੀ ਹੈ। ਜਥਾ ਜੋਗ ਪਰਮੇਸ਼ਰ ਕਰੈ। ਜੋ ਪਰਮੇਸ਼ਰ ਕਰਦਾ ਜਥਾ ਜੋਗ ਉਹ ਸਹੀ ਕਰਦਾ ਹੈ। ਤਿਸ ਮਹਿ ਸਿੱਖ ਸੰਸੈ ਜੋ ਧਰੈ। ਉਹਦੇ ਵਿੱਚ ਜੇ ਕੋਈ ਸੰਸਾ ਧਾਰਦਾ ਹੈ ਸਿੱਖ, ਯਤਨ ਕਰੈ ਭਾਵੀ ਕੋ ਮੇਟਨ। ਔਰ ਉਸ ਭਾਵੀ ਹੋਣੀ ਨੂੰ ਮੇਟਣ ਦਾ ਯਤਨ ਕਰਦਾ ਹੈ। ਤਿਸ ਕੋ ਪ੍ਰਭ ਸੰਗ ਕਬਹੂ ਨ ਭੇਟਨ। ਯਾਦ ਰੱਖ ਉਹਨੂੰ ਫਿਰ ਪਰਮੇਸ਼ਰ ਦਾ ਕਦੇ ਮਿਲਾਪ ਨਹੀਂ ਹੁੰਦਾ ਹੈ। ਜੈਸੀ ਇੱਛਾ ਹੋਏ ਭਗਵਾਨਾ। ਇਹ ਤਾਂ ਜਿਸ ਤਰ੍ਹਾਂ ਦੀ ਭਗਵਾਨ ਦੀ ਇੱਛਾ ਹੁੰਦੀ ਹੈ। ਤਿਸ ਮਹਿ ਕੀਜੈ ਭਗਤ ਮਹਾਨਾ। ਉਹਦੇ ਵਿੱਚ ਹੀ ਰਹਿ ਕੇ ਉਸੇ ਤਰ੍ਹਾਂ ਪਰਮੇਸ਼ਰ ਦੀ ਇੱਛਾ ਦੇ ਮੁਤਾਬਕ ਹੀ ਰਹਿਣਾ ਚਾਹੀਦਾ, ਭਗਤੀ ਕਰਨੀ ਚਾਹੀਦੀ ਹੈ। ਬਿਨਾ ਕਰਮ ਦੁੱਖ ਸੁਖ ਨਹਿ ਦੇਤ। ਉਹ ਪਰਮੇਸ਼ਰ ਜੋ ਹੈ ਬਿਨਾ ਕਰਮਾਂ ਤੋਂ ਦੁੱਖ ਜਾਂ ਸੁੱਖ ਇਹ ਸਭ ਆਪਣੇ ਕਰਮਾਂ ਦਾ ਫਲ ਹੈ। ਬਿਨਾ ਕਰਮ ਤੋਂ ਦੁੱਖ ਸੁੱਖ ਨਹੀਂ ਦਿੰਦਾ ਹੈ।
ਭੁਗਤੈ ਸੋਏ ਜੇ ਬੀਜੈ ਖੇਤ। ਉਹੀ ਭੁਗਤਦਾ ਜਿਹਨੇ ਆਪਣੇ ਜੀਵਨ ਖੇਤ ਮਨੁੱਖਾ ਸਰੀਰ ਵਿੱਚ ਰਹਿੰਦਿਆਂ ਇਸ ਖੇਤ ਵਿੱਚ ਕਰਮ ਰੂਪ ਬੀਜ ਬੀਜੇ ਹਨ। ਇਮ ਵਿਚਾਰ ਜਿਸ ਕੇ ਔਰ ਹੋਏ। ਇਸ ਤਰ੍ਹਾਂ ਦੀ ਵਿਚਾਰ ਭਾਈ ਭਿਖਾਰੀ ਜੀ ਕਹਿੰਦੇ ਗੁਰਮੁਖ ਜੀ ਜਿਨ੍ਹਾਂ ਦੇ ਹਿਰਦੇ ਵਿੱਚ ਹੁੰਦੀ ਹੈ। ਪ੍ਰਭ ਕ੍ਰਿਤ ਪਰ ਨਿਤ ਹਰਖਤ ਸੋਏ। ਉਹ ਪਰਮੇਸ਼ਰ ਦੀ ਕ੍ਰਿਤ ਉੱਤੇ ਹਮੇਸ਼ਾ ਖੁਸ਼ ਹੁੰਦੇ ਹਨ। ਤਿਸ ਕੋ ਸਨਮੁਖ ਕਹੈ ਜੇ ਸੰਤ। ਜਿਹੜੇ ਸੰਤ ਪੁਰਸ਼ ਨੇ ਐਸੇ ਹੀ ਪ੍ਰਾਣੀ ਨੂੰ ਸਨਮੁਖ ਸਿੱਖ ਕਹਿੰਦੇ ਹਨ। ਤਰਕ ਹੈ ਮਨ ਮੁਖ ਦੁੱਖ ਹੈ ਲਹੰਤ। ਜਿਹੜੇ ਮਨੁੱਖ ਤਰਕਾਂ ਕਰਦੇ ਉਹ ਮਨਮੁਖ ਨੇ ਤੇ ਉਹ ਤਾਂ ਫਿਰ ਵੱਡੇ ਦੁੱਖ ਲੈਂਦੇ ਹਨ। ਸਤਿਗੁਰ ਤੇ ਨਿਤ ਜਾਚੈ ਐਸੀ। ਭਾਈ ਸਤਿਗੁਰੂ ਤੋਂ ਹਮੇਸ਼ਾ ਇਹ ਮੰਗਣਾ ਚਾਹੀਦਾ ਹੈ। ਪ੍ਰਭ ਕ੍ਰਿਤ ਪਰ ਆਨੰਦ ਲਹਿ ਜੈਸੇ। ਇਹ ਮਹਾਰਾਜ ਜੋ ਪਰਮੇਸ਼ਰ ਕਰ ਰਿਹਾ ਸਾਨੂੰ ਉਹਦੇ ਤੇ ਆਨੰਦ ਹੋਵੇ। ਕਦੇ ਪਰਮੇਸ਼ਰ ਦੇ ਕੀਤੇ ਤੇ ਤਰਕ ਨਾ ਉੱਠੇ। ਨਾਸ਼ਵੰਤ ਵਿਸ਼ਨਾਨ ਪਦਾਰਥ। ਇਹ ਜਿਹੜੇ ਪਦਾਰਥ ਹਨ ਨਾਸ਼ਵੰਤ ਨੇ। ਵਿਸ਼ਨਾਨ ਕਈਆ ਵਿਸ਼ ਜਿਹੜਾ ਸੰਸਾਰ ਹੈ ਇਹ ਵੀ ਨਾਸ਼ਵੰਤ ਹੈ। ਇਨ ਲਗ ਜਨਮ ਨ ਹੋਏ ਅਕਾਰਥ। ਇਹਨਾਂ ਵਿੱਚ ਫਸ ਕੇ ਮਹਾਰਾਜ ਜਨਮ ਵਿਅਰਥ ਨਾ ਜਾਵੇ। ਮਮ ਸੁਤ ਨੋਖਾ ਕਰਮ ਜੇ ਕੀਨ। ਮੇਰੇ ਪੁੱਤਰ ਨੇ ਨੂੰਹ ਨੇ ਜਿਹੋ ਜੇ ਦੇਖੋ ਕਰਮ ਕੀਤੇ। ਸੋ ਭੇ ਸੁਨੋ ਕਰ ਸੰਸੇਹੀਨ। ਉਹ ਵੀ ਸੁਣ ਲੈ ਤੇ ਆਪਣਾ ਸੰਸਾ ਜਿਹੜਾ ਹੈ ਉਹ ਨਿਵਰਤ ਕਰ ਲੈ। ਤਪਸੀ ਹੁਤੋ ਪ੍ਰਥਮ ਕੋ ਜਨਮਾ। ਇਹ ਜਿਹੜਾ ਪੁੱਤਰ ਸੀ ਇਹ ਪਿਛਲੇ ਜਨਮ ਦਾ ਇੱਕ ਤਪਸੀ ਸੀ। ਪੁਰ ਤੇ ਜਾਚ ਖਾਏ ਰਹਿ ਬਨਮਾ। ਨਗਰ ਵਿੱਚੋਂ ਮੰਗ ਕੇ ਛਕਦਾ ਹੁੰਦਾ ਤੇ ਜੰਗਲ ਵਿੱਚ ਰਹਿੰਦਾ ਸੀ। ਨੁਖਾ ਬਾਰ ਬਧੂ ਰੂਪ ਲੁਭਾਈ। ਇਹ ਜਿਹੜੀ ਨੂੰਹ ਹੈ ਇਸਤਰੀ ਰੂਪ ਇਹ ਇਸ ਤਰ੍ਹਾਂ ਜਿਹੜੀ ਅਨੁਖਾ ਬਾਰ ਬਧੂ ਰੂਪ ਹੋ ਕੇ ਜੋ ਰੂਪ ਲੁਭਾਏ ਮਨ ਰੂਪ ਬਾਲੀ। ਸੇਵਾ ਅਦਕ ਤਪੀਸ਼ ਕਮਾਈ। ਇਸ ਨੇ ਇਸ ਤਪਸੀ ਦੀ ਬਹੁਤ ਸੇਵਾ ਕੀਤੀ। ਇੱਕ ਦਿਨ ਭੇ ਪ੍ਰਸੰਨ ਤਿਸ ਪਰ ਜਬ। ਇੱਕ ਦਿਨ ਕਹਿੰਦੇ ਭਾਈ ਇਹ ਬਾਲਕ ਰੂਪ ਸੀ ਉਸ ਸਮੇਂ ਤੇ ਇਹਦੇ ਤੇ ਪ੍ਰਸੰਨ ਹੋਇਆ ਜਦੋਂ ਰਿਸ਼ੀ ਤਪਸੀ। ਕਹਿਓ ਕਿ ਵਰ ਮੰਗੋ ਬਾਲਾ ਅਬ। ਕਿਹਾ ਵੀ ਇਹ ਬਾਲਕੇ ਬੱਚੀਏ ਕੋਈ ਵਰ ਮੰਗ ਲੈ। ਕਹਿ ਬਾਲਾ ਜੇ ਪ੍ਰਸੰਨ ਸੁਆਮੀ। ਇਹ ਬਾਲਕਾ ਕਹਿਣ ਲੱਗੀ ਵੀ ਹੇ ਸੁਆਮੀ ਜੇ ਤੁਸੀਂ ਮੇਰੇ ਤੇ ਪ੍ਰਸੰਨ ਹੋ ਮੁਝੇ ਵਿਆਹੋ ਕਰ ਪੂਰਨ ਕਾਮੀ। ਮੇਰਾ ਇਹ ਕਾਮਨਾ ਪੂਰਨ ਕਰੋ ਕਿ ਮੇਰੇ ਨਾਲ ਵਿਆਹ ਕਰਾਵੋ। ਕਹਿ ਤਪਸੀ ਤਪ ਲਾਜ ਕਨੇਰੀ। ਤਾਂ ਤਪਸੀ ਕਹਿਣ ਲੱਗਿਆ ਵੀ ਆ ਜਿਹੜੀ ਤਪ ਕਰਦਾ ਇਹਦੀ ਬਹੁਤ ਵੱਡੀ ਲਾਜ ਹੈ। ਇਹ ਤੋ ਇੱਛ ਪੂਰਨ ਹੈ ਤੇਰੀ। ਇਹ ਤੇਰੀ ਇੱਛਾ ਪੂਰੀ ਨਹੀਂ ਹੋ ਸਕਦੀ। ਕਹਿ ਬਾਲਾ ਕਿਮ ਬਚਨ ਹਟਾਵੋ। ਤੇ ਜਿਹੜੀ ਬਾਲਕਾ ਸੀ ਉਹ ਕਹਿਣ ਲੱਗੀ ਵੀ ਫਿਰ ਤੁਸੀਂ ਬਚਨ ਕਿਵੇਂ ਜਿਹੜਾ ਹੈ ਉਹ ਕਿਵੇਂ ਮੋੜਦੇ ਹੋ। ਹਟੋ ਬਚਨ ਤੇ ਅਬ ਗਤ ਪਾਵੋ। ਫਿਰ ਤੁਸੀਂ ਕਿਹਾ ਸੀ ਵੀ ਜੋ ਮੰਗ ਤੈਨੂੰ ਵਰ ਦੇਵਾਂਗੇ ਹੁਣ ਪਿੱਛੇ ਮੁੜਦੇ ਹੋ ਆਪਣੇ ਬਚਨ ਤੋਂ ਮੁੜਦੇ ਹੋ ਅਬ ਗਤੀ ਨੂੰ ਪਾਵੋਗੇ। ਤੇ ਜਿਹੜਾ ਹੈ ਭਾਵ 84 ਚੱਕਰ ਵਿੱਚ ਐਸਾ ਅਵਗਤ ਵਿੱਚ ਪਾਵੋਗੇ। ਤਪਸੀ ਬਚਦੇ ਬਹੁ ਪਛਤਾਇਓ। ਜਿਹੜਾ ਤਪਸੀ ਸੀ ਉਹ ਬਚਨ ਦੇ ਬੈਠਾ ਇਸ ਕਰਕੇ ਬੜਾ ਪਛਤਾਉਂਦਾ ਹੈ। ਅਸ ਵਿਦ ਬਾਲਾ ਸੰਗ ਲਾਇਓ। ਫਿਰ ਉਹ ਤਪਸੀ ਨੇ ਇਸ ਬਾਲਕੀ ਦੇ ਨਾਲ ਇਸ ਤਰ੍ਹਾਂ ਕਿਹਾ ਅਬ ਹਮ ਤਿਆਗੈ ਇਸ ਤਨ ਜਾਤਾਈ। ਵੀ ਅਸੀਂ ਨਾ ਸਰੀਰ ਨੂੰ ਹੁਣ ਤਿਆਗ ਰਹੇ ਹਾਂ। ਤੁਮਰਾ ਭੀ ਇਹੋ ਤਨ ਬਿਨ ਸਾਈ। ਜਾਂ ਤੇਰਾ ਵੀ ਜਿਹੜਾ ਤਨ ਹੈ ਇਹ ਥੋੜੀ ਉਮਰ ਤੇਰਾ ਵੀ ਬਿਨ ਸਜਾਣਾ ਹੈ।
ਅਗਲੇ ਜਨਮ ਬਿਖੈ ਤੋਹੇ ਵਿਆਹ ਹੈ। ਹੁਣ ਅਗਲੇ ਜਨਮ ਵਿੱਚ ਫਿਰ ਤੈਨੂੰ ਅਸੀਂ ਵਿਆਹਾਂਗੇ। ਬਚਨ ਆਪਨੋ ਪੂਰ ਕਰੈ ਹੈ। ਹਾਂ, ਅਸੀਂ ਆਪਣਾ ਬਚਨ ਜਿਹੜਾ ਵਿਆਹ ਦਾ ਉਹ ਪੂਰਾ ਕਰਾਂਗੇ। ਹੁਣ ਜੋ ਬਚਨ ਕਰ ਲਿਆ ਹੈ। ਹੇ ਗੁਰਮੁਖ ਜੁਗ ਤਿਆਗੇ ਪ੍ਰਾਨਾ। ਐ ਭਾਈ ਗੁਰਮੁਖ ਸਿੱਖਾ, ਇਉਂ ਦੋਹਾਂ ਨੇ ਪ੍ਰਾਣ ਤਿਆਗ ਦਿੱਤੇ। ਜਨਮੇ ਇਤ ਸੰਜੋਗ ਭਾਇਆਨਾ। ਤੇ ਸੰਜੋਗ ਦੇਖੋ ਹੋਇਆ ਵੀ ਆ ਜਨਮ ਲੈ ਲਿਆ ਕਿ ਇਸ ਧਰਤੀ ਤੇ ਤਪਸੀ ਬਚ ਨਿਜ ਪੂਰ ਕਰਾਇਓ। ਇਹ ਤਾਂ ਉਹ ਤਪਸੀ ਸੀ, ਉਹਨੇ ਆਪਣਾ ਬਚਨ ਪੂਰਾ ਕਰ ਦਿੱਤਾ। ਭਾ ਪਰਲੋਕ ਬੈਕੁੰਠ ਸਿਧਾਇਓ। ਉਹ ਵਚਨ ਕਰਤਾ, ਵਿਆਹ ਕਰਾ ਲਿਆ ਤੇ ਵਿਆਹ ਕਰਾਉਣ ਤੋਂ ਬਾਅਦ ਉਦੋਂ ਹੀ ਆ ਵਾਪਸ ਆ ਕੇ ਪਰਲੋਕ ਨੂੰ ਚਲਿਆ ਗਿਆ, ਬੈਕੁੰਠ ਚਲਿਆ ਗਿਆ। ਗੁਰ ਸਿੱਖੀ ਅਬ ਨੋਖਾ ਕਮਾਵੇ। ਇਹ ਜਿਹੜੀ ਹੁਣ ਨੂੰਹ ਆ ਇੱਥੇ ਰਹੂ ਮੇਰੀ ਧੀ ਬਣ ਕੇ ਤੇ ਗੁਰਸਿੱਖੀ ਨੂੰ ਕਮਾਊਗੀ। ਇਹੋ ਭੀ ਅੰਤ ਪਰਮ ਗਤ ਪਾਵੇ। ਇਸੇ ਤਰ੍ਹਾਂ ਹੀ ਜਤ ਸਤ ਵਿੱਚ ਰਹਿ ਕੇ ਭਾਈ ਗੁਰਮੁਖ ਇਹ ਵੀ ਅੰਤ ਨੂੰ ਪਰਮ ਗਤੀ ਦੀ ਪ੍ਰਾਪਤੀ ਕਰ ਲਵੇਗੀ। ਸੁਣ ਗੁਰਮੁਖ ਤਬ ਸੀਸ ਨਿਵਾਇਓ। ਇਹ ਸੁਣ ਕੇ ਭਾਈ ਗੁਰਮੁਖ ਨੇ ਆਪਣਾ ਸਿਰ ਨਿਵਾਇਆ ਹੈ। ਨਾਮ ਹਵੈ ਤਬ ਕਰਮ ਲਖਾਇਓ। ਵੀ ਜਿਸ ਤਰ੍ਹਾਂ ਦਾ ਨਾਮ ਹੈ ਤੁਹਾਡਾ ਉਹ ਜੇ ਤੁਸੀਂ ਕਰਮ ਕਰ ਰਹੇ ਹੋ। ਵਿਦਾ ਹੋਏ ਗੁਰ ਢਿਗ ਚਾਲੇ ਆਵਾ। ਭਾਈ ਗੁਰਮੁਖ ਫਿਰ ਉੱਥੋਂ ਵਿਦਾ ਹੋ ਕੇ ਭਾਣਾ ਮੰਨਣ ਵਾਲੇ ਗੁਰਸਿੱਖ ਦੇ ਦਰਸ਼ਨ ਕਰਕੇ ਫਿਰ ਮਹਾਰਾਜ ਕੋਲ ਚੱਲ ਕੇ ਆ ਗਿਆ। ਪਗ ਬੰਦੇ ਪ੍ਰਸੰਗ ਸੁਨਾਵਾ। ਇਹਨੇ ਆ ਕੇ ਗੁਰੂ ਅਰਜਨ ਦੇਵ ਜੀ ਪਾਤਸ਼ਾਹ ਦੇ ਚਰਨਾਂ ਤੇ ਬੰਦਨਾ ਕੀਤੀ। ਸਾਰੀਆਂ ਸੰਗਤਾਂ ਵਿੱਚ ਹੀ ਪ੍ਰਸੰਗ ਸੁਣਾਇਆ। ਸੁਣ ਸੰਗਤ ਪਗ ਬੰਧਨ ਧਾਰੀ। ਸਾਰੀਆਂ ਸੰਗਤਾਂ ਨੇ ਸੁਣਿਆ ਤੇ ਗੁਰੂ ਸਾਹਿਬ ਦੇ ਚਰਨਾਂ ਤੇ ਬੰਦਨਾ ਕੀਤੀ। ਆਸ ਗੁਰ ਸਿੱਖਨ ਕਬ ਬਲਿਹਾਰੀ। ਐਸੇ ਜਿਹੜੇ ਭਾਈ ਗੁਰਸਿੱਖ ਨੇ, ਕਵੀ ਸੰਤ ਨੈਣ ਪ੍ਰੇਮ ਸਿੰਘ ਜੀ ਕਹਿੰਦੇ ਮੈਂ ਇਹੋ ਜਿਹੇ ਗੁਰਸਿੱਖਾਂ ਤੋਂ ਬਲਿਹਾਰ ਜਾਂਦਾ ਹਾਂ। ਇਹ ਤਾਂ ਸ੍ਰੀ ਗੁਰਪੁਰ ਪ੍ਰਕਾਸ਼ ਗ੍ਰੰਥੇ। ਇੱਥੇ ਤੱਕ ਸ੍ਰੀ ਗੁਰਪੁਰ ਪ੍ਰਕਾਸ਼ ਗ੍ਰੰਥ ਪੰਚ ਮਹੱਲੇ ਜੋ ਪੰਜਵੇਂ ਮਹੱਲੇ ਦੀ ਇਹ ਕਥਾ ਹੈ। ਭਾਈ ਭਿਖਾਰੀ ਪ੍ਰਸੰਗ ਵਰਣਨ। ਭਾਈ ਭਿਖਾਰੀ ਜੀ ਦਾ ਪ੍ਰਸੰਗ ਵਰਣਨ ਕੀਤਾ। ਨਾਮ 37ਵਾਂ ਮੰਦਰ ਹੈ। ਇਹ 37ਵੇਂ ਘਰ ਦਾ ਪ੍ਰਸੰਗ ਹੈ। ਟਾਈਮ ਹੋ ਗਿਆ ਹੈ। ਆਓ ਸਾਰੇ ਮਾਈ ਭਾਈ ਉਚਾਰਨ ਕਰੋ ਜੀ। ਵਾਹਿਗੁਰੂ ਨਾਮ ਜਹਾਜ਼ ਹੈ, ਚੜੇ ਸੋ ਉਤਰੇ। ਜੋ ਸ਼ਰਧਾ ਕਰ ਸੇਵ, ਗੁਰ ਪਾਰ ਉਤਾਰਨ ਹਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।